सत श्री अकाल जी दा खालस टीवी देख रहे सारे दर्शकों का बहुत बहुत स्वागत है। पंजाब भारत ਅਤੇ दुनिया भर के प्राइम टाइम ਦੇ ਵਿੱਚ मैं हरशरण कौर। ਅੱਜ ਦੇ प्राइम टाइम ਦੇ ਵਿੱਚ अहम खबर किसानों ਦੇ ਨਾਲ ही जुड़ी होएगी क्योंकि पंजाब ਦੇ ਵਿੱਚ कोला खत्म होने ਨੂੰ ਲੈ ਕੇ बिजली संकट ਦੀਆਂ खबरां ਵੱਡੇ पद्धर ਤੇ ਚੱਲ ਰਹੀਆਂ ਨੇ। इस पूरे मसले ਨਾਲ जुड़ियां कई खबरां ने। कैप्टन साहब ने बस ट्रांसपोर्टਰਾਂ ਦੇ ਲਈ ਇੱਕ ਵੱਡਾ ਐਲਾਨ ਕੀਤਾ है, ਉਹ ਵੀ ਦੱਸਾਂਗੇ। किसानों ने 5 नवंबर ਨੂੰ ਦਿੱਲੀ ਨੂੰ ਜਾਂਦੇ ਸਾਰੇ ਰਾਹ ਬੰਦ ਕਰਨ ਦਾ ਐਲਾਨ ਕੀਤਾ है। पंजाब ਦੇ ਸਾਰੇ ਥਰਮਲ ਬੰਦ ਹੋਣ ਦੀਆਂ ਖਬਰਾਂ ਦੇ ਵਿਚਕਾਰ बीजेपी कह रही है कि कैप्टन ਦੀ सरकार बिजली संकट ਲਈ ਜ਼ਿੰਮੇਵਾਰ है। कैप्टन ਦੇ ਮੰਤਰੀ कह रहे हैं कि पंजाब 'ਚ ਜਦੋਂ ਕਾਲੇ ਦਿਨ ਸੀਗੇ ਉਦੋਂ ਵੀ ਰੇਲਾਂ ਦੇ ਵਿੱਚ ਬੰਬ ਬਲਾਸਟ ਵੀ ਹੁੰਦੇ ਸੀ ਤਾਂ ਵੀ ਰੇਲਾਂ ਨਹੀਂ ਰੁਕੀਆਂ ਸੀ ਤੇ ਹੁਣ ਕੇਂਦਰ ਸਰਕਾਰ ਕੀ ਕਰ ਰਹੀ ਹੈ ਪੰਜਾਬ ਦੇ ਨਾਲ। ਕੇਂਦਰ ਦੇ ਇੱਕ ਮੰਤਰੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕਿਸਾਨ ਕੋਈ ਪਾਵਰ ਹਾਊਸ ਨਹੀਂ ਹੈਗੇ, ਜਦੋਂ ਕਹਿਣਗੇ ਜਿਹੜੀ ਰੇਲ ਕਹਿਣਗੇ ਚਲਾ ਦਿਓ ਤੇ ਜਿਹੜੀ ਕਹਿਣਗੇ ਉਹ ਬੰਦ ਕਰ ਦਿਓ। ਤੁਹਾਨੂੰ ਕਿਸਾਨਾਂ ਨੂੰ ਕੇਂਦਰ ਦੀ ਗੱਲ ਸਰਕਾਰ ਦੀ ਗੱਲ ਮੰਨਣੀ ਹੀ ਪਵੇਗੀ। ਤੇ किसान लीडर कहते हैं कि इस मंत्री नूं सत्ता दा नशा चढ़ गया, सानू भड़काउणा चाहुंदे ने पर असीं भड़कांगे नहीं। पंजाब 'च अज तो लागू भी कर दिता गया पराली साड़न वाला काला कानून। कल दी सरकारी छुट्टी बारे पंजाब दे विच जरूरी जानकारी है। मोदी सरकार आर्थिक बर्बादी दा दूजा नां है, यह कहा सुनील जाखड़ ने। तमिलनाडु तो खबर है जिथे नीट पास करने वाले सरकारी स्कूलों के बच्चों नूं मैडिकल कोर्सां दे विच 7.5% कोटे का ऐलान किया गया। खेतीबाड़ी लई करजे लैण वाले कल्ले किसानां नूं केंद्र दी एक राहत नहीं मिलेगी, पूरे देश 'च बाकी सब नूं मिलेगी। मुसलमानां दे कोल लखां फ्रांस वासियां नूं मारन दा अधिकार है, यह किहने कहा? कौमांतरी लीडर दे इह कहण दे उत्ते ट्विटर ने इन्हां दा ट्वीट हटा दिता। पंजाब भारत ते दुनिया भर दे प्राइम टाइम दे विच सब तो पहलां पंजाब दीआं अहम खबरां। पंजाब ਦੀਆਂ ਖਬਰਾਂ ਦੇ ਵਿਸਥਾਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਸਰਕਾਰੀ ਖਬਰ ਦੱਸਾਂਗੇ। ਸਰਕਾਰ ਨੇ ਪੰਜਾਬ ਦੇ ਬੱਸ ਆਪਰੇਟਰਾਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਾਰੇ ਬੱਸ ਆਪਰੇਟਰਾਂ ਨੂੰ ਇੱਕ ਵੱਡੀ ਰਾਹਤ ਦਿੰਦੇ ਹੋਏ ਸਾਰੀਆਂ ਸਟੇਜ, ਕੈਰੇਜ, ਮਿੰਨੀ ਅਤੇ ਸਕੂਲ ਬੱਸਾਂ ਦੇ ਲਈ ਮੋਟਰ ਵਹੀਕਲ ਕਰ ਉੱਤੇ 100% ਟੈਕਸ ਮਾਫੀ ਹੈ ਜਿਹੜੀ ਉਸ ਨੂੰ 31 ਦਸੰਬਰ ਤੱਕ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਕਰਾਂ ਦੇ ਬਕਾਏ, ਵਿਆਜ ਤੇ ਜੁਰਮਾਨੇ ਤੋਂ ਬਿਨਾਂ ਇਹਨਾਂ ਸਭ ਦੀ ਅਦਾਇਗੀ 31 ਮਾਰਚ 2021 ਤੱਕ ਅੱਗੇ ਪਾ ਦਿੱਤੀ ਹੈ। ਸੋ ਪੰਜਾਬ ਸਰਕਾਰ ਦੇ ਇਸ ਐਲਾਨ ਦੇ ਨਾਲ ਟਰਾਂਸਪੋਰਟ ਖੇਤਰ ਨੂੰ 100 ਕਰੋੜ ਰੁਪਏ ਦਾ ਕੁੱਲ ਵਿੱਤੀ ਲਾਭ ਹੋਏਗਾ। ਮੁੱਖ ਮੰਤਰੀ ਨੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੂੰ ਇਹ ਹੁਕਮ ਦੇ ਦਿੱਤੇ ਨੇ ਕਿ ਮਿੰਨੀ ਪ੍ਰਾਈਵੇਟ ਬੱਸ ਮਾਲਕਾਂ ਨੂੰ ਦਰਪੇਸ਼ ਮੁੱਦੇ ਅਗਲੇ ਹਫ਼ਤੇ ਤੱਕ ਨਿਪਟਾ ਦਿੱਤੇ ਜਾਣ। ਮੁੱਖ ਮੰਤਰੀ ਵੱਲੋਂ ਇਹਨਾਂ ਫੈਸਲਿਆਂ ਅਤੇ ਦਿਸ਼ਾ ਨਿਰਦੇਸ਼ਾਂ ਦਾ ਐਲਾਨ ਸੂਬੇ ਦੀਆਂ ਵੱਖ-ਵੱਖ ਪ੍ਰਾਈਵੇਟ ਟਰਾਂਸਪੋਰਟ ਐਸੋਸੀਏਸ਼ਨਾਂ ਦੇ ਨਾਲ ਇੱਕ ਵਰਚੁਅਲ ਕਾਨਫਰੰਸ ਦੇ ਦੌਰਾਨ ਕੀਤਾ ਗਿਆ। इस मौके ट्रांसपोर्ट मंत्री रजिया सुल्ताना तो इलावा वित्त मंत्री मनप्रीत सिंह बादल ਅਤੇ ਸਕੱਤਰ के सिवा प्रसाद ट्रांसपोर्ट विभाग ਦੇ ਉਹ ਵੀ ਹਾਜ਼ਰ ਸੀਗੇ। ਹਾਲਾਂਕਿ ट्रांसपोर्ट विभाग ਵੱਲੋਂ ਪਹਿਲਾਂ 31 ਦਸੰਬਰ ਤੱਕ 50% ਤੱਕ ਕਰ ਮਾਫੀ ਦਾ ਸੁਝਾਅ ਦਿੱਤਾ ਗਿਆ ਸੀ, ਪਰ ਮੁੱਖ ਮੰਤਰੀ ਨੇ ਟਰਾਂਸਪੋਰਟਰਾਂ ਦੇ ਖਦਸ਼ਿਆਂ ਨੂੰ ਮੁੱਖ ਰੱਖਦੇ ਹੋਏ 100% ਦੀ ਰਾਹਤ ਦਾ ਐਲਾਨ ਹੈ ਜਿਹੜਾ ਉਹ ਕੀਤਾ। ਪਹਿਲਾਂ ਸੂਬਾ ਸਰਕਾਰ ਨੇ ਟਰਾਂਸਪੋਰਟਰਾਂ ਨੂੰ 2 ਮਹੀਨਿਆਂ ਦੇ ਲਈ 30 ਸਤੰਬਰ ਤੱਕ 100% ਦੀ ਰਾਹਤ ਐਲਾਨੀ ਸੀ। ਹੁਣ ਇਸ ਰਾਹਤ ਨੂੰ 31 ਦਸੰਬਰ ਤੱਕ ਵਧਾ ਦਿੱਤਾ ਹੈ। ਸੋ ਪੰਜਾਬ ਦੀਆਂ ਅਗਲੀਆਂ ਖਬਰਾਂ ਦੇ ਵਿੱਚ ਕਿਸਾਨੀ ਸੰਘਰਸ਼ ਦੇ ਨਾਲ ਜੁੜੀਆਂ ਕਈ ਅਹਿਮ ਖਬਰਾਂ ਹੋਣਗੀਆਂ। ਸਭ ਤੋਂ ਪਹਿਲਾਂ ਮਾਨਸਾ ਦਾ ਤੁਹਾਨੂੰ ਰੋਹ ਦਿਖਾ ਦਿੰਦੇ ਆ ਕਿਸਾਨਾਂ ਦਾ। ਉੱਥੇ ਮੋਰਚਾ ਲਗਾਤਾਰ ਜਾਰੀ ਹੈ। 30ਵਾਂ ਦਿਨ ਹੋ ਗਿਆ ਮੋਰਚੇ ਨੂੰ। 30 ਅਕਤੂਬਰ ਨੂੰ ਪੂਰਾ 1 ਮਹੀਨਾ ਬੀਤ ਗਿਆ ਪੂਰੇ ਪੰਜਾਬ ਦੇ ਵਿੱਚ। ਜੇ 1 ਮਹੀਨੇ ਦੇ ਕਿਸਾਨੀ ਸੰਘਰਸ਼ ਦੀ ਆਪਾਂ ਪੜਚੋਲ ਕਰ ਲਈਏ ਤਾਂ 1 ਮਹੀਨੇ ਦੇ ਵਿੱਚ ਇਹ ਹਰ ਆਏ ਦਿਨ ਸੰਘਰਸ਼ ਇੱਕ ਨਵੇਂ ਅਤੇ ਵਧੇ ਹੋਏ ਰੂਪ ਦੇ ਵਿੱਚ ਦੇਖਿਆ। ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਰੇਲਾਂ ਦੇ ਉੱਤੇ ਮੋਰਚੇ ਸ਼ੁਰੂ ਕੀਤੇ ਗਏ। ਉਸ ਤੋਂ ਬਾਅਦ ਹੌਲੀ-ਹੌਲੀ ਟੋਲ ਪਲਾਜ਼ਿਆਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਗਿਆ। ਫਿਰ ਰਿਲਾਇੰਸ ਦੇ ਪੈਟਰੋਲ ਪੰਪ ਜਿੱਥੇ-ਜਿੱਥੇ ਸੀ ਲੱਭ-ਲੱਭ ਕੇ ਉਹਨਾਂ ਦਾ ਘਿਰਾਓ ਸ਼ੁਰੂ ਕੀਤਾ ਗਿਆ। ਉਸ ਤੋਂ ਬਾਅਦ ਬੀਜੇਪੀ ਲੀਡਰਾਂ ਦੇ ਘਰਾਂ ਦਾ ਘਿਰਾਓ ਹੈ ਜਿਹੜਾ ਉਹ ਸ਼ੁਰੂ ਕੀਤਾ ਗਿਆ ਤੇ ਇਹ ਜਿਹੜੇ 4-5 ਤਰੀਕਿਆਂ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ। ਲਗਾਤਾਰ ਅੱਗੇ ਵਧ ਰਹੇ ਨੇ ਜੋਸ਼ ਦੇ ਨਾਲ, ਉਤਸ਼ਾਹ ਦੇ ਨਾਲ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਇਤਿਹਾਸ ਦੇ ਵਿੱਚ ਸ਼ਾਇਦ ਪਹਿਲੀ ਵਾਰੀ ਹੋਏਗਾ ਕਿ ਇੰਨਾ ਵੱਡਾ ਪ੍ਰੋਟੈਸਟ पूरे सूबे दे विच हर कोई इस संघर्ष दे विच नितरिया होया ते ये बिल्कुल ही शांतमई है। हाले तक ये प्रोटेस्ट शांतमई है ते किसानां ने अहद लिया होया इस गल दा कि असीं इस नूं पीसफुल प्रोटेस्ट ही रखांगे। सानूं किन्ना मर्जी कोई प्रोवोक करन दी कोशिश करे, असीं भड़कांगे नहीं, असीं हिंसक नहीं होवांगे। सरकार सानूं चाहे कुट-कुट के मार देवे पर असीं फिर भी हिंसक नहीं होवांगे।
ਤੇ ਇਸੇ ਦਰਮਿਆਨ ਹੀ 25 ਅਕਤੂਬਰ ਨੂੰ ਜਿਹੜਾ ਦੁਸ਼ਹਿਰਾ ਮਨਾਇਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ, ਅੰਬਾਨੀਆਂ ਅਡਾਨੀਆਂ ਕਾਰਪੋਰੇਟ ਘਰਾਣਿਆਂ ਦਾ। ਸੋ ਇਹ ਵੀ ਇੱਕ ਬੜਾ ਅਹਿਮ ਦਿਨ ਸੀਗਾ। ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਵੀ ਲਗਾਤਾਰ ਜਿਹੜੇ ਧਰਨੇ ਫੂਕ ਮੁਜ਼ਾਹਰੇ ਨੇ ਉਹ ਵੀ ਲਗਾਤਾਰ ਕੀਤੇ ਜਾ ਰਹੇ ਨੇ। ਸੋ 1 ਨਵੰਬਰ ਨੂੰ ਇੱਕ ਦੂਸਰਾ ਮਹੀਨਾ ਚੜ ਜਾਏਗਾ ਇਸ ਪ੍ਰੋਟੈਸਟ ਨੂੰ ਤੇ ਲਗਾਤਾਰ ਇਸੇ ਤਰ੍ਹਾਂ ਅੱਗੇ ਵਧ ਰਿਹਾ ਹੈ। ਮਾਨਸਾ ਦੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨੂੰ ਤੇ ਸਾਰੀ ਸਰਕਾਰ ਜਿਹੜੀ ਕੇਂਦਰ ਦੀ ਉਸ ਨੂੰ ਚੇਤਾਵਨੀ ਭੇਜੀ ਹੈ ਕਿ ਜਿੰਨਾ ਚਿਰ ਤੁਸੀਂ ਕਾਨੂੰਨ ਵਾਪਸ ਨਹੀਂ ਲੈਂਦੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ। ਅਸੀਂ ਸਿਰ ਤੇ ਕਫਨ ਪਾ ਕੇ ਹੁਣ ਨਿਕਲੇ ਹਾਂ ਤੇ ਦਿੱਲੀ ਨੂੰ ਜਾਂਦੇ ਸਾਰੇ ਰਾਹ ਅਸੀਂ 5 ਨਵੰਬਰ ਦੇ ਚੱਕਾ ਜਾਮ ਵਾਲੇ ਦਿਨ ਬੰਦ ਕਰ ਦਿਆਂਗੇ। ਅੱਜ ਜੋ ਧਰਨਾ ਸਾਡਾ 30ਵੇਂ ਦਿਨ ਵਿੱਚ ਚੱਲ ਰਿਹਾ ਹੈ, ਇਹ ਆਰਡੀਨੈਂਸ ਕਾਲੇ ਕਾਨੂੰਨਾਂ ਦੇ ਉੱਪਰ ਚੱਲ ਰਿਹਾ ਹੈ। ਜੋ ਸਰਕਾਰ ਸਾਡੇ ਧਰਨਿਆਂ ਨੂੰ ਕਿਸੇ ਤਰੀਕੇ ਨਾਲ ਖਿਲਾਰਨਾ ਚਾਹੁੰਦੀ ਹੈ, ਜਿਵੇਂ ਸਾਡੇ ਕਿਸਾਨਾਂ ਉੱਪਰ ਹੁਣ ਕਹਿਤਾ ਵੀ ਜਿਹੜਾ ਪ੍ਰਦੂਸ਼ਣ ਆਪਣਾ ਅੱਗ ਲਾਊਗਾ ਪਰਾਲੀ ਨੂੰ 1 ਕਰੋੜ ਰੁਪਇਆ ਜੁਰਮਾਨਾ ਤੇ 5 ਲੱਖ ਆਪਣਾ 5 ਸਾਲ ਦੀ ਸਜ਼ਾ ਕਰਾਂਗੇ। ਇਹ ਸਾਡੇ ਵਾਸਤੇ ਬਹੁਤ ਘਾਤਕ ਹੈ, ਕਿਉਂਕਿ ਸਰਕਾਰ ਬਣੀ ਜੋ ਸਾਡੇ ਕਿਸਾਨਾਂ ਨਾਲ ਵਾਅਦੇ ਕੀਤੇ ਸੀਗੇ ਵੀ ਅਸੀਂ ਤੁਹਾਨੂੰ ਮਸ਼ੀਨਰੀ ਸੰਦ ਦਿਆਂਗੇ, ਵੱਡੇ ਵੱਡੇ ਟਰੈਕਟਰ ਦਿਆਂਗੇ। ਨਾ ਤਾਂ ਕੋਈ ਜਿਹੜੀਆਂ ਇਹਨਾਂ ਨੇ ਕਮੇਟੀਆਂ ਪਿੰਡਾਂ ਦੇ ਵਿੱਚ ਬਣਾਈਆਂ ਸੀਗੀਆਂ 12-12 ਬੰਦਿਆਂ ਦੀਆਂ, ਨਾ ਤਾਂ ਇਹਨਾਂ ਨੇ ਕੋਈ ਕਮੇਟੀਆਂ ਨੂੰ ਸੰਦ ਭੇਜੇ ਨੇ ਤੇ ਨਾ ਹੀ ਕੋਈ ਇਹਨਾਂ ਨੇ ਕੋਈ ਸਾਡੇ ਪਰਾਲੀ ਸਾੜਨ ਵਾਸਤੇ ਕੋਈ ਸਬਸਿਡੀ ਦਿੱਤੀ ਹੈ। ਜਾਂ ਅਸੀਂ ਕਿਹਾ ਸੀ ਵੀ ਸਾਨੂੰ ਕਿਸਾਨਾਂ ਨੂੰ 200 ਰੁਪਈਆ ਤੁਸੀਂ ਪ੍ਰਤੀ ਏਕੜ ਦੇ ਹਿਸਾਬ ਨਾਲ ਦਿਓ, ਨਾ ਸਾਨੂੰ ਉਹ ਭੇਜਿਆ, ਨਾ ਇਹਨਾਂ ਨੇ ਸਟੈਡੀਆਂ ਦੇ ਵਿੱਚ ਕੋਈ ਸੰਦ ਭੇਜਿਆ। ਇਸ ਲਈ ਸਾਡੀ ਮਜਬੂਰੀ ਹੈ ਪਰਾਲੀ ਨੂੰ ਅੱਗ ਲਾਉਣੀ। ਜੇ ਇਹਨਾਂ ਨੇ ਸੰਦ ਭੇਜੋ ਤਾਂ ਅਸੀਂ ਬਿਲਕੁਲ ਪਰਾਲੀ ਨੂੰ ਅੱਗ ਨਹੀਂ ਸੀ ਲਾਉਂਦੇ, ਪਰ ਹੁਣ ਸਾਡੀ ਕਿਸਾਨਾਂ ਦੀ ਮਜਬੂਰੀ ਹੈ ਅਸੀਂ ਬਿਲਕੁਲ ਅੱਗ ਲਾਵਾਂਗੇ, ਲਾ ਕੇ ਰਹਾਂਗੇ। ਸਰਕਾਰ ਮੁਰਦਾਬਾਦ, ਮੋਦੀ ਦੀ ਬੱਜਟ ਸਰਕਾਰ ਮੁਰਦਾਬਾਦ। ਮੋਦੀ ਸਰਕਾਰ ਵੱਲੋਂ ਨਿੱਤ ਨਵੇਂ ਫਰਮਾਨ ਆਉਂਦੇ ਨੇ। ਜਿਵੇਂ ਕੱਲ੍ਹ ਹੀ ਨਵਾਂ ਫਰਮਾਨ ਆਇਆ ਜੇ ਪਰਾਲੀ ਨੂੰ ਅੱਗ ਲਾਉਣ ਵਾਲੇ ਨੂੰ 5 ਸਾਲ ਦੀ ਸਜ਼ਾ, ਕਰੋੜ ਰੁਪਇਆ ਜੁਰਮਾਨਾ। ਅਸੀਂ ਇਹਨਾਂ ਫਰਮਾਨਾਂ ਦੀ ਕੋਈ ਪਰਵਾਹ ਨਹੀਂ ਕਰਦੇ। ਅਸੀਂ ਆਪਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਾਂਗੇ। ਪਰਾਲੀ ਨੂੰ ਅੱਗ ਲਾਉਣਾ ਸਾਡੀ ਮਜਬੂਰੀ ਹੈ, ਕੋਈ ਸ਼ੌਂਕ ਨਹੀਂ ਹੈਗਾ ਸਾਡਾ, ਕਿਉਂਕਿ ਅਸੀਂ ਮਹਿੰਗੇ ਜਿਹੜੇ ਟਰੈਕਟਰ ਨੇ ਉਹ ਖਰੀਦ ਨਹੀਂ ਸਕਦੇ। ਇਸ ਕਰਕੇ ਅਸੀਂ ਅੱਗ ਲਾਵਾਂਗੇ। ਅਸੀਂ ਡਟੇ ਹੋਏ ਹਾਂ, ਡਟੇ ਰਹਾਂਗੇ। ਜੋ ਸਰਕਾਰ ਕਹਿ ਰਹੀ ਹੈ ਕਿ ਬਿਜਲੀ ਦੇ ਕੱਟ ਲਾਏ ਜਾਣਗੇ, ਬਿਜਲੀ ਜਿਹੜੀ ਹੈਗੀ ਹੈ ਕੋਲੇ ਕਾਰਨ ਜਿਹੜਾ ਘਾਟ ਪੈ ਗਈ ਹੈ ਬਿਜਲੀ ਦੀ, ਇਹ ਸਰਕਾਰ ਦੀ ਬਿਲਕੁਲ ਗਲਤ ਦਲੀਲ ਹੈ। ਕਿਉਂਕਿ ਅੱਜ ਜਿਹੜਾ ਹੁਣ ਸੀਜ਼ਨ ਚੱਲ ਰਿਹਾ ਬਿਜਲੀ ਦੀ ਜਿਹੜੀ ਖਪਤ ਹੈ ਬਹੁਤ ਘਟ ਗਈ ਹੈ। ਐਗਰੀਕਲਚਰ ਦੇ ਵਿੱਚੋਂ ਵੀ ਬਿਜਲੀ ਦੀ ਜਿਹੜੀ ਖਪਤ ਬਹੁਤ ਘਟ ਗਈ ਹੈ। ਜਿਹੜਾ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਪੱਕ ਚੁੱਕੀਆਂ ਨੇ, ਹੁਣ ਪਾਣੀ ਦੀ ਲੋੜ ਨਹੀਂ, ਮੋਟਰਾਂ ਨਹੀਂ ਚੱਲਦੀਆਂ। ਦੂਜੇ ਪਾਸੇ ਜਿਹੜਾ ਸਾਡਾ ਨੈਸ਼ਨਲ ਗ੍ਰਿਡ ਦੇ ਵਿੱਚ ਜਿਹੜਾ ਸਾਡਾ ਹਿੱਸਾ ਬਣਦਾ ਹੈ, ਉੱਥੋਂ ਅਸੀਂ ਬਿਜਲੀ ਪ੍ਰਾਪਤ ਕਰ ਸਕਦੇ ਹਾਂ। ਪਰ ਸਰਕਾਰ ਦੀ ਜਿਹੜੀ ਇਹ ਬਹਾਨੇਬਾਜ਼ੀ ਹੈਗੀ ਹੈ, ਉਸ ਬਹਾਨੇਬਾਜ਼ੀ ਦੇ ਕਾਰਨ ਜਿਹੜਾ ਲੋਕਾਂ ਨੂੰ ਜਲੀਲ ਕਰਨਾ ਚਾਹੁੰਦੀ ਹੈ, ਉਹਦਾ ਜਿਹੜਾ ਮਤਲਬ ਇਸ਼ੂ ਹੈ ਉਹ ਕਿਸਾਨਾਂ ਦੇ ਉੱਤੇ ਮੜਨਾ ਚਾਹੁੰਦੀ ਹੈ, ਉਹਦਾ ਲਾਂਭਾ ਕਿਸਾਨਾਂ ਜ਼ਿੰਮੇ ਦੇਣਾ ਚਾਹੁੰਦੀ ਹੈ, ਆਪ ਪ੍ਰਬੰਧ ਕਰਨ ਦੀ ਬਜਾਏ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਵੀ ਇਹਦੇ ਵਿੱਚ ਜਿਹੜਾ ਹੈਗਾ ਕੇਂਦਰ ਸਰਕਾਰ ਦਾ ਅਤੇ ਪੰਜਾਬ ਸਰਕਾਰ ਦਾ ਸਿੱਧਾ ਰੋਲ ਹੈ, ਉਹ ਜਿਹੜਾ ਬਿਜਲੀ ਹੈਗੀ ਹੈ ਉਹ ਲੋਕਾਂ ਨੂੰ ਦੇਵੇ ਅਤੇ ਕਿਤੋਂ ਵੀ ਪ੍ਰਬੰਧ ਕਰੇ। ਇਹ ਸਰਕਾਰਾਂ ਦਾ ਜ਼ਿੰਮੇਵਾਰੀ ਬਣਦੀ ਹੈ। ਮੋਦੀ ਸਾਡਾ ਹੱਕ, ਮੋਦੀ ਸਾਡਾ ਹੱਕ। ਸਾਡਾ ਸੰਘਰਸ਼ ਇਹ ਦਿਨੋਂ ਦਿਨ ਰੋਹ ਦੇ ਵਿੱਚ ਆਊਗਾ। ਜਿਹੜਾ ਸਾਡਾ ਕੰਮ ਧੰਦਾ ਜਿਉਂ-ਜਿਉਂ ਨਿਬੜੂਗਾ, ਜਿਉਂ-ਜਿਉਂ ਅਸੀਂ ਜਿਹੜੇ ਸਾਡੇ ਇਕੱਠ ਹੈ ਤੋਂ ਵੱਧਦੇ ਜਾਣਗੇ। ਇਹ ਕਾਨੂੰਨ ਜਿੰਨਾ ਚਿਰ ਮੋਦੀ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ, ਉਹਨਾਂ ਚਿਰ ਅਸੀਂ ਇਹ ਸੰਘਰਸ਼ ਦਿਨੋਂ ਪਰ ਦਿਨ ਤਿੱਖਾ ਕਰਨ ਜਾ ਰਹੇ ਹਾਂ। ਤੇ 5 ਨਵੰਬਰ ਨੂੰ ਜਿਹੜਾ ਸਾਡੇ ਆਗੂਆਂ ਵੱਲੋਂ ਸੂਬੇ ਵੱਲੋਂ ਭਾਰਤ ਬੰਦ ਦਾ ਸੱਦਾ ਆਇਆ 12 ਤੋਂ ਲੈ ਕੇ 4 ਵਜੇ ਤੱਕ, ਉਹ ਵੀ ਪੂਰਨ ਤੌਰ ਤੇ ਅਸੀਂ ਚਿੜੀ ਨਹੀਂ ਛਿਪਣ ਦੇਵਾਂਗੇ। ਅਤੇ 26-27 ਨਵੰਬਰ ਨੂੰ ਜਿਹੜਾ ਦਿੱਲੀ ਦੇ ਵਿੱਚ ਅਸੀਂ ਪਹੁੰਚਣਾ ਹੈ, ਉਹ ਆਪਦੇ ਟਰੈਕਟਰਾਂ ਟਰਾਲੀਆਂ ਰਾਹੀਂ ਦਿੱਲੀ ਦੇ ਵਿੱਚ ਹਰੇਕ ਰਸਤੇ 'ਚ ਬੰਦ ਕਰ ਦਿਆਂਗੇ। ਇਹ ਕਿਸੇ ਪਾਸੋਂ ਵੀ ਦਿੱਲੀ ਦੇ ਵਿੱਚੋਂ ਚਿੜੀ ਨਹੀਂ ਟੱਪਣ ਦੇਵਾਂਗੇ, ਕਿਉਂਕਿ ਜਿਹੜੀ ਇਹ ਮੋਦੀ ਸਰਕਾਰ ਨੇ ਸਾਡੇ ਨਾਲ ਜੱਗੋ ਤੇਰਵੀਂ ਕਰੀ ਹੋਈ ਹੈ। ਜਿਹੜਾ ਸਾਡੇ ਕਿਸਾਨੀ ਦੇ ਉੱਪਰ, ਮਜ਼ਦੂਰਾਂ ਦੇ ਉੱਪਰ ਅਤੇ ਛੋਟੇ ਦੁਕਾਨਦਾਰਾਂ ਉੱਪਰ ਕਹਾੜਾ ਚਲਾਇਆ ਹੈ, ਇਹ ਕਹਾੜੇ ਨੂੰ ਅਸੀਂ ਤੇਜ਼ ਨਹੀਂ ਹੋਣ, ਇਹਨੂੰ ਰੋਕ ਕੇ ਹੀ ਸਾਹ ਲਵਾਂਗੇ। ਇੱਥੇ ਵੱਡੇ ਧਨਾਟ, ਵੱਡੇ ਰਾਜੇ ਮਹਾਰਾਜੇ ਆ ਕੇ ਬਾਗੇ, ਪਰ ਜਿਸ ਨੇ ਇਸ ਕਿਸਾਨੀ ਨਾਲ ਪੰਗਾ ਲਿਆ, ਉਹਨੇ ਆਪਦੀ ਹਾਰ ਹੀ ਖਾਧੀ ਹੈ, ਅੱਜ ਤੱਕ ਕਾਮਯਾਬ ਨਹੀਂ ਹੋਇਆ। ਅਸੀਂ ਮੋਦੀ ਸਰਕਾਰ ਨੂੰ ਇਹੀ ਚੇਤਾਵਨੀ ਦਿੰਦੇ ਹਾਂ ਵੀ ਜਾਂ ਤਾਂ ਆਪਦੇ ਜਿਹੜੇ ਕਾਨੂੰਨ ਹੈ ਇਹ ਵਾਪਸ ਲੈ ਲਾ, ਤੇ ਨਹੀਂ ਤੇਰੀ ਗੋਡੀ ਲਵਾ ਕੇ ਵਾਪਸ ਤਾਂ ਅਸੀਂ ਕਰਾ ਕੇ ਹਟਾਂ। ਤੇ ਅਗਲੀਆਂ ਖਬਰਾਂ ਹੁਣ ਪੰਜਾਬ ਦੇ ਵਿੱਚ ਬਿਜਲੀ ਸੰਕਟ ਦੇ ਨਾਲ ਜੁੜੀਆਂ ਹੋਈਆਂ ਨੇ, ਜਿਸ ਨੂੰ ਕਿਸਾਨਾਂ ਦੇ ਸਿਰ ਤੇ ਮੜਿਆ ਜਾ ਰਿਹਾ ਹੈ। ਪੰਜਾਬ ਦੇ ਸਾਰੇ ਥਰਮਲ ਬੰਦ ਹੋ ਚੁੱਕੇ ਨੇ, ਇਹ ਖਬਰਾਂ ਮਿਲ ਰਹੀਆਂ ਨੇ। ਪਰ ਦਖਾਲਸ ਟੀਵੀ ਨੇ ਆਪਣੀ ਪੁੱਛ ਪੜਤਾਲ ਦੇ ਵਿੱਚ ਇਹ ਜਿਹੜੀ ਜਾਣਕਾਰੀ ਹਾਸਲ ਕੀਤੀ ਹੈ ਕਿ ਕੁਝ ਜਿਹੜੇ ਥਰਮਲ ਪਲਾਂਟ ਹੈਗੇ ਨੇ ਉਹਨਾਂ ਦੇ ਕੋਲ 2-3 ਦਿਨ ਦਾ ਕੋਲਾ ਹਜੇ ਬਾਕੀ ਹੈ, ਕੁਝ ਸਟਾਕ ਹੈ ਜਿਹੜਾ ਉਹ ਬਾਕੀ ਹਲੇ ਪਿਆ ਹੋਇਆ ਹੈ।
ਤੇ ਜੇ ਗੱਲ ਕਰ ਲਈਏ PSPCL ਦੇ CMD A ਵੇਣੂ ਪ੍ਰਸਾਦ ਦੀ, ਤਾਂ ਉਹਨਾਂ ਦੀ ਜਾਣਕਾਰੀ ਦੇ ਮੁਤਾਬਿਕ ਤਲਵੰਡੀ ਸਾਬੋ ਅਤੇ ਰਾਜਪੁਰਾ ਦੇ ਜਿਹੜੇ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਨੇ ਉਹਨਾਂ ਦੇ ਵਿੱਚ ਕੋਲਾ ਬਿਲਕੁਲ ਖਤਮ ਹੈ, ਉਹ ਬੰਦ ਹੋ ਚੁੱਕੇ ਨੇ। ਬਾਕੀ ਥਰਮਲਾਂ ਦੇ ਵਿੱਚ ਵੀ 2-3 ਦਿਨ ਦਾ ਕੋਲਾ ਬਚਿਆ ਹੈ। 1500 ਤੋਂ 1700 ਮੈਗਾਵਾਟ ਬਿਜਲੀ ਅਸੀਂ ਰੋਜ਼ਾਨਾ ਖਰੀਦ ਰਹੇ ਹਾਂ, ਪਰ ਉਹ ਕਹਿੰਦੇ ਇਹਦੇ ਵਿੱਚ ਵੀ ਅਨਿਸ਼ਚਿਤਤਾ ਬਣੀ ਹੋਈ ਹੈ, ਅਨਸਰਟੇਨਿਟੀ ਹੈ, ਕਿਉਂਕਿ ਕੇਂਦਰੀ ਜਿਹੜਾ ਗ੍ਰਿਡ ਹੈ, ਕੌਮੀ ਗ੍ਰਿਡ ਹੈ, ਉਸ ਤੋਂ ਜਦੋਂ ਬਿਜਲੀ ਖਰੀਦਣੀ ਹੁੰਦੀ ਹੈ ਤਾਂ ਤੁਹਾਡੇ ਹੱਥ ਵਿੱਚ ਪਹਿਲਾਂ ਹੀ ਪੈਸਾ ਚਾਹੀਦਾ, ਕਿਉਂਕਿ ਉਹ ਪਹਿਲਾਂ ਪੈਸਾ ਫੜਦੇ ਨੇ ਤੇ ਫਿਰ ਸਾਨੂੰ ਬਿਜਲੀ ਸਪਲਾਈ ਦਿੰਦੇ ਨੇ। ਜਦ ਕਿ ਜਿਹੜੇ ਸੂਬੇ ਦੇ ਥਰਮਲ ਪਾਵਰ ਪਲਾਂਟ ਨੇ ਉਹਨਾਂ ਨੂੰ PSPCL 40 ਦਿਨਾਂ ਬਾਅਦ ਪੇਮੈਂਟ ਕਰਦੀ ਹੈ, ਪਰ ਕੇਂਦਰੀ ਗ੍ਰਿਡ ਨੂੰ ਪਹਿਲਾਂ ਪੇਮੈਂਟ ਕਰਨੀ ਪੈਂਦੀ ਹੈ। ਇਹ ਵੀ ਕਿਹਾ ਵੇਣੂ ਪ੍ਰਸਾਦ ਨੇ ਕਿ ਅਸੀਂ ਵਿੱਤ ਵਿਭਾਗ ਤੋਂ 500 ਕਰੋੜ ਵੀ ਮੰਗਿਆ ਹੈ, ਕਿਉਂਕਿ ਰੋਜ਼ਾਨਾ 5 ਤੋਂ 10 ਕਰੋੜ ਦੀ ਬਿਜਲੀ ਖਰੀਦਣੀ ਪਏਗੀ ਜਦੋਂ ਸਾਰੇ ਥਰਮਲ ਪਾਵਰ ਪਲਾਂਟ ਬੰਦ ਹੋ ਜਾਣਗੇ। ਤੇ ਕਹਿੰਦੇ ਜੇ ਸਾਨੂੰ ਪੈਸਾ ਵੀ ਨਾ ਮਿਲਿਆ ਤੇ ਰੇਲਾਂ ਵੀ ਨਾ ਚੱਲੀਆਂ ਤਾਂ ਸਮੱਸਿਆ ਗੰਭੀਰ ਹੋ ਸਕਦੀ ਹੈ। ਪੰਜਾਬ ਦੇ ਵਿੱਚ ਬਿਜਲੀ ਸੰਕਟ ਹੈ ਜਿਹੜਾ ਉਹ ਖੜਾ ਹੋ ਸਕਦਾ ਹੈ। ਤੇ ਹੁਣ ਇੱਕ ਕੇਂਦਰੀ ਮੰਤਰੀ ਦੇ ਬਿਆਨ ਦੀ ਗੱਲ ਕਰ ਲੈਂਦੇ ਹਾਂ, ਜਿਨ੍ਹਾਂ ਦਾ ਨਾਮ ਹੈ ਸੋਮ ਪ੍ਰਕਾਸ਼। ਉਹਨਾਂ ਨੇ ਕਿਸਾਨਾਂ ਦੇ ਬਾਰੇ ਇੱਕ ਤਿੱਖਾ ਬਿਆਨ ਦਿੱਤਾ ਹੈ। ਕਹਿੰਦੇ ਕਿਸਾਨ ਨੇ ਜਿਹੜੇ ਉਹ ਪਾਵਰ ਹਾਊਸ ਨਹੀਂ ਹੈਗੇ ਕਿ ਜਦੋਂ ਉਹ ਕਹਿਣਗੇ ਉਦੋਂ ਮਾਲ ਗੱਡੀ ਚੱਲੇਗੀ, ਜਦੋਂ ਉਹ ਕਹਿਣਗੇ ਉਦੋਂ ਰੁਕ ਜੇਗੀ। ਉਹਨਾਂ ਦਾ ਕਹਿਣ ਦਾ ਸਿੱਧਾ ਮਤਲਬ ਹੈ ਕਿ ਕਿਸਾਨ ਕਹਿ ਰਹੇ ਨੇ ਕਿ ਅਸੀਂ ਆਹ ਟਰੈਕਾਂ ਤੇ ਗੱਡੀ ਚੱਲਣ ਨਹੀਂ ਦੇਵਾਂਗੇ, ਇਹਨਾਂ ਨੂੰ ਅਸੀਂ ਖਾਲੀ ਕਰ ਦਿੱਤਾ ਹੈ। ਤਾਂ ਉਹ ਕਹਿੰਦੇ ਨੇ ਕਿ ਕਿਸਾਨਾਂ ਨੂੰ ਸਰਕਾਰ ਮੁਤਾਬਿਕ ਚੱਲਣਾ ਪਵੇਗਾ, ਇਹ ਨਹੀਂ ਹੋਵੇਗਾ ਜਿਹੜੀ ਗੱਡੀ ਉਹ ਕਹਿਣਗੇ ਉਹ ਚੱਲੇਗੀ ਤੇ ਦੂਸਰੀ ਗੱਡੀ ਨਹੀਂ ਚੱਲੇਗੀ। ਇਸ ਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਪਾਲ ਨੇ ਵੀ ਜਵਾਬ ਦਿੱਤਾ ਹੈ। ਕਹਿੰਦੇ ਸੋਮ ਪ੍ਰਕਾਸ਼ ਜੀ ਦਾ ਕੋਈ ਕਸੂਰ ਨਹੀਂ ਹੈ, ਉਹਨਾਂ ਨੂੰ ਤਾਕਤ ਦਾ ਨਸ਼ਾ ਚੜਿਆ ਹੋਇਆ। ਦਰਅਸਲ BJP ਸਰਕਾਰ ਨੇ ਆਪਣੇ ਸਾਰੇ ਲੀਡਰਾਂ ਨੂੰ ਹੁਕਮ ਦਿੱਤਾ ਹੈ ਕਿ ਕਿਸਾਨਾਂ ਨੂੰ ਭੜਕਾਓ ਤੇ ਮਾਹੌਲ ਨੂੰ ਖਰਾਬ ਕਰਵਾਓ, ਤਾਂ ਕਿ ਇਹਨਾਂ ਦਾ ਜਿਹੜਾ ਸੰਘਰਸ਼ ਹੈ ਉਹ ਇਸੇ ਤਰ੍ਹਾਂ ਮਾਹੌਲ ਭੜਕਾ ਕੇ ਇਹਦੇ ਵਿੱਚ ਰੋਲ ਦਿੱਤਾ ਜਾਵੇ। ਉਹ ਕਹਿੰਦੇ ਇੱਥੇ ਲੋਕ ਰਾਜ ਹੈ, ਤਾਨਾਸ਼ਾਹੀ ਨਹੀਂ ਹੈ, ਲੋਕਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ। ਸੰਵਿਧਾਨ ਨੂੰ ਜੇ ਸਰਕਾਰ ਮੰਨਦੀ ਹੈ ਤਾਂ ਸਾਡੇ ਸੰਘਰਸ਼ ਨੂੰ ਕਦੇ ਗਲਤ ਨਹੀਂ ਕਹੇਗੀ। ਕਹਿੰਦੇ ਇਹ ਇਤਿਹਾਸ ਹੈ ਕਿ ਕਿਸਾਨਾਂ ਦਾ ਸੰਘਰਸ਼ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਚੱਲ ਰਿਹਾ ਹੈ ਤੇ ਇਹ ਸਾਰੇ ਜਿਹੜੇ BJP ਦੇ ਲੀਡਰ ਨੇ, ਮੰਤਰੀ ਨੇ, ਇਹ ਕਾਰਪੋਰੇਟ ਦੇ ਥੱਲੇ ਲੱਗੇ ਹੋਏ ਨੇ ਤੇ ਸਾਨੂੰ ਕੁੱਟਦੇ ਨੇ। ਉਹ ਕਹਿੰਦੇ ਕਿ ਅਸੀਂ ਹੁਣ ਤੈਅ ਕਰ ਲਿਆ ਕਿ ਅਸੀਂ ਸ਼ਾਂਤਮਈ ਰਹਾਂਗੇ, ਚਾਹੇ ਸਾਨੂੰ ਜਿੰਨਾ ਮਰਜ਼ੀ ਕੁੱਟ ਲਓ। ਅਸੀਂ ਅੰਨ ਭੰਡਾਰ ਭਰੇ ਨੇ ਤੇ ਇਹ ਸਾਨੂੰ ਇਹੋ ਜਿਹੀ ਭਾਸ਼ਾ ਦੇ ਵਿੱਚ ਜਵਾਬ ਦੇ ਰਹੇ ਨੇ। ਪੰਜਾਬ ਤੋਂ ਇੱਕ BJP ਲੀਡਰ ਤਰੁਣ ਚੁੱਗ ਨੇ, ਉਹਨਾਂ ਨੇ ਪੰਜਾਬ ਦੇ ਵਿੱਚ ਬਿਜਲੀ ਸੰਕਟ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਪੂਰੀ ਤਰ੍ਹਾਂ ਦੇ ਨਾਲ ਜ਼ਿੰਮੇਵਾਰ ਦੱਸਿਆ। ਤਰੁਣ ਚੁੱਗ ਦੇ ਇਸ ਬਿਆਨ ਤੋਂ ਬਾਅਦ ਕੈਪਟਨ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਅੱਗੋਂ ਜਵਾਬ ਦਿੱਤਾ। ਉਹ ਕਹਿੰਦੇ ਕਿ ਜਦੋਂ ਪੰਜਾਬ 'ਚ ਕਾਲੇ ਦਿਨ ਹੁੰਦੇ ਸੀ ਉਦੋਂ ਵੀ ਰੇਲਾਂ ਦੇ ਵਿੱਚ ਬੰਬ ਬਲਾਸਟ ਹੁੰਦੇ ਸੀ, ਉਸ ਵਕਤ ਵੀ ਪੰਜਾਬ 'ਚ ਰੇਲਵੇ ਨੇ ਗੱਡੀਆਂ ਨਹੀਂ ਰੋਕੀਆਂ ਸੀ ਤੇ ਹੁਣ ਤਾਂ ਟਰੈਕ ਵੀ ਖਾਲੀ ਕਰ ਦਿੱਤੇ ਨੇ ਕਿਸਾਨਾਂ ਦੇ ਬਾਵਜੂਦ। ਇਸ ਦੇ ਕੇਂਦਰ ਸਰਕਾਰ ਅੜੀ ਹੋਈ ਹੈ। ਇਸ ਤੋਂ ਸਾਫ਼ ਸਪਸ਼ਟ ਹੁੰਦਾ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਸਬਕ ਸਿਖਾਉਣ ਦੀ ਨੀਅਤ ਦੇ ਨਾਲ ਇਹ ਫੈਸਲੇ ਲਏ ਜਾ ਰਹੇ ਨੇ। ਕਿਸਾਨ ਅੰਦੋਲਨ ਦੌਰਾਨ ਕਿਤੇ ਵੀ ਰੇਲਾਂ ਦਾ ਕੋਈ ਨੁਕਸਾਨ ਨਹੀਂ ਹੋਇਆ, ਕਿਉਂਕਿ ਕੇਂਦਰ ਸਰਕਾਰ ਵਾਰ-ਵਾਰ ਇਹ ਕਹਿੰਦੀ ਹੈ ਕਿ ਰੇਲਵੇ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਓ, ਰੇਲ ਗੱਡੀਆਂ ਦੀ ਸੁਰੱਖਿਆ ਯਕੀਨੀ ਬਣਾਓ, ਜਦਕਿ ਅਜਿਹਾ ਕਿਤੇ ਵੀ ਕੋਈ ਖਬਰ ਨਹੀਂ ਆਈ ਕਿ ਕਿਸਾਨਾਂ ਨੇ ਕਿਸੇ ਵੀ ਰੇਲ ਗੱਡੀ ਨੂੰ ਕੋਈ ਨੁਕਸਾਨ ਪਹੁੰਚਾਇਆ ਹੋਵੇ। ਇਹ ਫੈਕਟ ਹੈ। ਤੇ ਉਧਰ ਰੇਲਵੇ ਨੇ ਇੱਕ ਨਵੀਂ ਜਾਣਕਾਰੀ ਦਿੱਤੀ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਲਈ ਮਾਲ ਗੱਡੀਆਂ ਦੀ ਨਵੀਂ ਬੁਕਿੰਗ ਵੀ ਬੰਦ ਕਰ ਦਿੱਤੀ ਹੈ। ਪੰਜਾਬ ਦੇ ਵਿੱਚ ਜਦੋਂ ਰੇਲ ਮਾਰਗਾਂ ਦੇ ਉੱਤੋਂ ਕਿਸਾਨਾਂ ਨੇ ਉੱਠਣ ਦਾ ਐਲਾਨ ਕੀਤਾ ਸੀ ਉਦੋਂ ਬੁਕਿੰਗ ਹਲੇ ਹੋ ਰਹੀ ਸੀ, ਪਰ ਹੁਣ ਇਸ ਬੁਕਿੰਗ ਨੂੰ ਵੀ ਬੰਦ ਕਰ ਦਿੱਤਾ ਗਿਆ। ਮੰਤਰਾਲੇ ਨੇ ਪੰਜਾਬ ਦੇ ਲਈ ਮਾਲ ਗੱਡੀਆਂ ਦੀ ਨਵੀਂ ਬੁਕਿੰਗ ਪੂਰੇ ਦੇਸ਼ ਵਿੱਚ ਬੰਦ ਕਰ ਦਿੱਤੀ ਹੈ, ਜਿਸ ਤੋਂ ਬਾਅਦ ਖਾਦ ਕੰਪਨੀਆਂ ਨੇ ਹੁਣ ਹਰਿਆਣਾ ਦੇ ਲਈ ਮਾਲ ਗੱਡੀਆਂ ਦੀ ਬੁਕਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਸੜਕੀ ਰਾਹ ਰਾਹੀਂ ਜਿਹੜੀ DAP ਖਾਦ ਹੈ ਉਹ ਪੰਜਾਬ ਲਿਆਂਦੀ ਜਾ ਸਕੇ। ਤੇ ਇਸ ਦਾ ਅਸਰ ਹੋਣਾ ਵੀ ਸ਼ੁਰੂ ਹੋ ਗਿਆ ਕੇਂਦਰ ਸਰਕਾਰ ਦੇ ਇਸ ਨਵੇਂ ਐਲਾਨ ਦਾ, ਕਿਉਂਕਿ ਇੰਡੀਅਨ ਪੋਟਾਸ਼ ਲਿਮਟਿਡ ਜਿਹੜੀ ਕੰਪਨੀ ਹੈ ਉਸ ਵੱਲੋਂ ਵੀ ਹਰਿਆਣਾ ਦੀਆਂ ਮਾਲ ਗੱਡੀਆਂ ਬੁੱਕ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਪੰਜਾਬ ਦੇ ਲਈ ਮਾਲ ਗੱਡੀਆਂ ਦੀ ਬੁਕਿੰਗ ਉਹਨਾਂ ਨੂੰ ਨਹੀਂ ਮਿਲ ਰਹੀ। ਉਹਨਾਂ ਦੀ ਕੰਪਨੀ ਦੇ 3 ਰੈਕ ਡੱਬ ਵਾਲੀ, ਯਮਨਾ ਨਗਰ ਤੇ ਕੈਥਲ ਪਹੁੰਚੇ, ਜਿੱਥੋਂ ਹੁਣ ਪੰਜਾਬ ਦੇ ਤੱਕ ਇਹ ਸੜਕੀ ਰਾਹ ਰਾਹੀਂ DAP ਖਾਦ ਲਿਆਂਦੀ ਜਾਏਗੀ। ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਪੰਜਾਬ ਦੇ ਖਾਦ ਅਤੇ ਕੋਲੇ ਦੇ ਲੋਡਿੰਗ 200 ਰੈਕ ਦੂਸਰੇ ਸੂਬਿਆਂ 'ਚ ਖੜੇ ਨੇ, ਜਿਨ੍ਹਾਂ ਦਾ ਕਿਰਾਇਆ ਵੀ ਤਾਰਿਆ ਜਾ ਚੁੱਕਿਆ, ਕਿਰਾਇਆ ਰੇਲਵੇ ਲੈ ਚੁੱਕਿਆ। ਰੇਲਵੇ ਦੇ ਪ੍ਰਾਈਵੇਟ ਰਾਜਪੁਰਾ ਥਰਮਲ ਦੇ ਵਿੱਚ 11 ਖਾਲੀ ਰੈਕ ਫਸੇ ਹੋਏ ਨੇ। ਮੋਗਾ ਦੇ ਵਿੱਚ ਅਡਾਨੀ ਦੇ ਸਾਈਲੋ ਪਲਾਂਟ ਦੇ ਵਿੱਚ 1 ਰੈਕ ਖੜਾ ਹੈ।
ਤੇ ਕਿਸਾਨ ਇਸ ਦਰਮਿਆਨ ਡਟੇ ਹੋਏ ਨੇ ਕਿ ਅਸੀਂ ਜਿਹੜੇ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਨੇ ਉਹਨਾਂ ਦੇ ਅੰਦਰ ਜਾਂਦੇ ਜਿਹੜੇ ਟਰੈਕ ਨੇ ਉਹਨਾਂ ਨੂੰ ਜਾਂਦੇ ਰਾਹ ਨੇ ਉਹ ਅਸੀਂ ਖਾਲੀ ਨਹੀਂ ਕਰਾਂਗੇ, ਕਿਉਂਕਿ ਆਮ ਤੌਰ ਤੇ ਤੁਸੀਂ ਵੀ ਦੇਖਿਆ ਹੋਵੇਗਾ ਕਿ ਜਿੱਥੇ ਥਰਮਲ ਪਲਾਂਟ ਬਣਦਾ ਹੈ ਉੱਥੇ ਇੱਕ ਸਪੈਸ਼ਲ ਰੇਲਵੇ ਲਾਈਨ ਹੈ ਜਿਹੜੀ ਉਹ ਵਿਛਾਈ ਜਾਂਦੀ ਹੈ। ਉਹਦਾ ਸਿੱਧਾ ਜਿਹੜਾ ਸੰਪਰਕ ਹੁੰਦਾ ਹੈ, ਸਿੱਧਾ ਸੰਬੰਧ ਹੁੰਦਾ ਹੈ ਉਸ ਟਰੈਕ ਦਾ, ਉਹ ਸਿਰਫ ਤੇ ਸਿਰਫ ਥਰਮਲ ਪਾਵਰ ਪਲਾਂਟ ਦੇ ਨਾਲ ਹੁੰਦਾ ਹੈ। ਉਹਦੇ ਨਾਲ ਹੋਰ ਕੁਝ ਵੀ ਪ੍ਰਭਾਵਿਤ ਨਹੀਂ ਹੁੰਦਾ, ਨਾ ਹੀ ਉਸਨੇ ਕਿਸੇ ਯਾਤਰੀ ਰੇਲਵੇ ਸਟੇਸ਼ਨ ਤੱਕ ਜਾਣਾ ਹੁੰਦਾ। ਉਹ ਸਿੱਧਾ ਜਿਹੜੀ ਰੇਲਵੇ ਲਾਈਨ ਹੈ ਉਹ ਅੰਦਰ ਜਾਂਦੀ ਹੈ ਪਾਵਰ ਪਲਾਂਟ ਦੇ, ਤੇ ਉੱਥੇ ਸਿਰਫ ਕੋਲੇ ਵਾਲੀਆਂ ਗੱਡੀਆਂ ਹੀ ਉਸ ਟਰੈਕ ਤੋਂ ਲੰਘਦੀਆਂ ਨੇ। ਸੋ ਕਿਸਾਨ ਕਹਿ ਰਹੇ ਨੇ ਕਿ ਇਹ ਜਿਹੜਾ ਟਰੈਕ ਅਸੀਂ ਕੱਲਾ ਤੇ ਕੱਲਾ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਦੇ ਲਈ ਰੋਕਿਆ ਹੋਇਆ, ਇਸ ਦੇ ਨਾਲ ਹੋਰ ਕੋਈ ਵੀ ਟਰੈਕ ਪ੍ਰਭਾਵਿਤ ਨਹੀਂ ਹੁੰਦਾ। ਮਾਨਸਾ ਦਾ ਜਿਹੜਾ ਥਰਮਲ ਪਾਵਰ ਪਲਾਂਟ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਧ ਬਿਜਲੀ ਪੈਦਾ ਕਰਨ ਵਾਲਾ ਪਲਾਂਟ ਹੈ, ਜਿਸ ਦੀ ਸਭ ਤੋਂ ਵੱਧ ਬਿਜਲੀ ਉਤਪਾਦਨ ਕਰਨ ਦੀ ਸਮਰੱਥਾ ਹੈ, 1950 ਦੇ ਕਰੀਬ ਸਮਰੱਥਾ ਹੈ। ਤੇ ਉਹ ਜਿਹੜਾ ਥਰਮਲ ਪਾਵਰ ਪਲਾਂਟ ਹੈ ਚੀਨ ਦੀ ਕੰਪਨੀ ਵੇਦਾਂਤਾ ਦੇ ਵੱਲੋਂ ਬਣਾਇਆ ਗਿਆ। ਵੇਦਾਂਤਾ ਕੰਪਨੀ ਇੱਕ ਵੱਡੀ ਚੀਨ ਦੀ ਕੰਪਨੀ ਹੈ ਜਿਸ ਨੇ ਇਕੱਲੇ ਪੰਜਾਬ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਕਈ ਥਾਵਾਂ ਦੇ ਉੱਤੇ ਆਪਣੇ ਪ੍ਰੋਜੈਕਟ ਨੇ ਜਿਹੜੇ ਉਹ ਲਾਏ ਹੋਏ ਨੇ। ਇਹ ਤਸਵੀਰ ਹੈ ਜਿਹੜੀ ਤਾਮਿਲਨਾਡੂ ਤੋਂ ਹੈਗੀ ਹੈ, ਜਿੱਥੇ ਆਦੀਵਾਸੀ ਕਬੀਲੇ ਦੇ ਲੋਕਾਂ ਨੇ ਪ੍ਰੋਟੈਸਟ ਕੀਤਾ। ਇੰਗਲਿਸ਼ ਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਹੈ ਕਿ ਅਸੀਂ ਡੋਗਰਾ ਕੰਧ ਹਾਂ, ਵੇਦਾਂਤਾ ਸਾਡੇ ਪਹਾੜ ਨਹੀਂ ਹੜਪ ਸਕਦੀ। ਸੋ ਇਹ ਵੇਦਾਂਤਾ ਕੰਪਨੀ ਦਾ ਕਹਿ ਸਕਦੇ ਹਾਂ ਕਿ ਗਲਬਾ ਹੈਗਾ ਜਿਹੜਾ ਉਹ ਤਾਮਿਲਨਾਡੂ ਦੇ ਵਿੱਚ ਵੀ ਹੈਗਾ, ਤੇ ਇਹੀ ਕੰਪਨੀ ਹੈ ਜਿਸ ਨੇ ਮਾਨਸਾ ਦਾ ਬਣਾ ਵਾਲਾ ਥਰਮਲ ਪਲਾਂਟ ਬਣਾਇਆ ਹੈ ਸਰਕਾਰ ਦੀ ਸਹਿਮਤੀ ਦੇ ਨਾਲ। ਅਗਲੀ ਖਬਰ ਹੈ ਕਿ ਕੇਂਦਰ ਸਰਕਾਰ ਨੇ ਜਿਹੜਾ ਆਰਡੀਨੈਂਸ ਦੀ ਸ਼ਕਲ ਦੇ ਵਿੱਚ ਇੱਕ ਨਵਾਂ ਕਾਨੂੰਨ ਲਿਆਂਦਾ ਹੈ, ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਇਨ ਨੈਸ਼ਨਲ ਕੈਪੀਟਲ ਰੀਜਨ ਐਂਡ ਐਡਜੋਇਨਿੰਗ ਏਰੀਆਜ਼ ਆਰਡੀਨੈਂਸ 2020 ਇਸ ਦਾ ਨਾਮ ਹੈ। ਇਸ ਨੂੰ ਪੰਜਾਬ, ਹਰਿਆਣਾ, ਦਿੱਲੀ, ਯੂਪੀ ਤੇ ਰਾਜਸਥਾਨ ਦੇ ਵਿੱਚ ਫੌਰੀ ਤੌਰ ਤੇ ਲਾਗੂ ਵੀ ਕਰ ਦਿੱਤਾ ਗਿਆ, ਯਾਨੀ ਕਿ ਇਹਨਾਂ 5 ਸੂਬਿਆਂ ਦੇ ਵਿੱਚ ਹੁਣ ਇਹ ਕਾਨੂੰਨ ਲਾਗੂ ਹੈ। ਇਹ ਜਿਹੜਾ ਕਮਿਸ਼ਨ 20 ਮੈਂਬਰੀ ਕਮਿਸ਼ਨ ਸਰਕਾਰ ਨੇ ਬਣਾਇਆ ਹੈ, ਇਸ ਆਰਡੀਨੈਂਸ ਦੇ ਤਹਿਤ ਇਸ ਕਮਿਸ਼ਨ ਦੇ ਮੈਂਬਰ ਕਿਸੇ ਵਕਤ ਵੀ ਕਿਤੇ ਵੀ ਜਾ ਕੇ ਇਸ ਕਾਨੂੰਨ ਦੇ ਤਹਿਤ ਕਾਰਵਾਈ ਕਰ ਸਕਦੇ ਨੇ। ਕਾਰਵਾਈ ਹੈ ਕਿ ਨਿਯਮ ਦੀ ਉਲੰਘਣਾ ਕਰਨ ਵਾਲਿਆਂ ਨੂੰ 5 ਸਾਲ ਦੀ ਸਜ਼ਾ ਅਤੇ 1 ਕਰੋੜ ਤੱਕ ਦਾ ਜੁਰਮਾਨਾ ਜਿਹੜਾ ਉਹ ਹੋ ਸਕਦਾ ਹੈ। ਤੇ ਕੇਂਦਰ ਸਰਕਾਰ ਦੇ ਵੱਲੋਂ ਇਸ ਨਵੇਂ ਲਿਆਂਦੇ ਗਏ ਕਾਨੂੰਨ ਨੂੰ ਕਿਸਾਨ ਕਾਲਾ ਕਾਨੂੰਨ ਹੀ ਦੱਸ ਰਹੇ ਨੇ ਕਿ ਜਿਵੇਂ ਪਹਿਲਾਂ 3 ਖੇਤੀ ਕਾਨੂੰਨ ਕਹਿ ਕੇ ਲਿਆਂਦੇ ਨੇ, ਪਰ ਉਹ ਸਾਡੇ ਲਈ ਕਾਲੇ ਕਾਨੂੰਨ ਨੇ ਕਿਉਂਕਿ ਸਾਡੇ ਭਵਿੱਖ ਨੂੰ ਉਹ ਹਨੇਰਾ ਕਰ ਰਹੇ ਨੇ। ਇਸੇ ਤਰ੍ਹਾਂ ਦਾ ਹੀ ਇਹ ਕਾਨੂੰਨ ਹੈ। ਕਿਸਾਨਾਂ ਨੇ ਕਿਹਾ ਕਿ ਜੁਰਮਾਨਾ ਭਾਵੇਂ 1 ਕਰੋੜ ਕਰੋ ਜਾਂ 10 ਕਰੋੜ, ਜਿੰਨਾ ਚਿਰ ਮਸਲੇ ਦਾ ਹੱਲ ਨਹੀਂ ਤੁਸੀਂ ਕਰਦੇ, ਪਰਾਲੀ ਇਸੇ ਤਰ੍ਹਾਂ ਫੁੱਕਦੀ ਰਹੇਗੀ। ਕਿਸਾਨਾਂ ਨੇ ਕਿਹਾ ਕਿ ਹਾਲੇ ਤੱਕ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਕਿਸਾਨਾਂ ਨੂੰ ਨਾ ਹੀ ਤਾਂ ਮੁਆਵਜ਼ਾ ਦਿੱਤਾ ਹੈ ਪਰਾਲੀ ਸਾੜਨ ਤੋਂ ਰੋਕਣ ਦੇ ਲਈ, ਤੇ ਨਾ ਹੀ ਹਲੇ ਕਿਸਾਨਾਂ ਨੂੰ ਕੋਈ ਸੰਦ ਮੁਹੱਈਆ ਕਰਵਾਏ ਨੇ ਜਿਹਦੇ ਨਾਲ ਕਿਸਾਨਾਂ ਨੂੰ ਆਪਸ਼ਨ ਮਿਲ ਸਕੇ ਕਿ ਪਰਾਲੀ ਸਾੜਨੀ ਨਹੀਂ, ਇਸ ਨੂੰ ਇਸ ਤਰੀਕੇ ਦੇ ਨਾਲ ਖਤਮ ਕਰਨਾ ਹੈ। ਸਾਨੂੰ ਜਿੰਨਾ ਚਿਰ ਉਹ ਸੰਦ ਨਹੀਂ ਮਿਲਦੇ, ਮੁਆਵਜ਼ਾ ਨਹੀਂ ਮਿਲਦਾ, ਅਸੀਂ ਪਰਾਲੀ ਇਸੇ ਤਰ੍ਹਾਂ ਫੂਕਦੇ ਰਹਾਂਗੇ ਕਿਉਂਕਿ ਸਾਡੀ ਮਜਬੂਰੀ ਹੈ, ਸਾਡੇ ਕੋਲ ਹੋਰ ਕੋਈ ਹੱਲ ਨਹੀਂ ਹੈ। ਕੇਂਦਰ ਸਰਕਾਰ ਕਿੰਨੇ ਕੁ ਕਿਸਾਨਾਂ ਦੇ ਉੱਤੇ ਇਹ ਜਿਹੜਾ ਜੁਰਮਾਨਾ ਲਾਏਗੀ, ਕਿੰਨੇ ਕੁ ਕਿਸਾਨਾਂ ਨੂੰ ਜੇਲ੍ਹਾਂ ਦੇ ਵਿੱਚ ਪਾਏਗੀ, ਕਿਸਾਨ ਇੰਨੇ ਸਮਰੱਥ ਨਹੀਂ ਹੈਗੇ ਕਿ ਉਹ ਕਰੋੜਾਂ ਦਾ ਜੁਰਮਾਨਾ ਤਾਰ ਸਕਣ। ਇਸ ਤੋਂ ਬਿਹਤਰ ਹੈ ਕਿ ਕਿਸਾਨਾਂ ਦੀ ਮੁਸ਼ਕਿਲ ਨੂੰ ਸਮਝਦੇ ਹੋਏ ਕੇਂਦਰ ਸਰਕਾਰ ਉਹਦੇ ਵੱਲ ਧਿਆਨ ਦੇਵੇ। ਤੇ ਉਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੀ ਕਿਹਾ ਹੈ ਕਿ ਕਿਸਾਨਾਂ ਨੂੰ 2500 ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਹੈ ਜਿਹੜਾ ਪਿਛਲੇ ਸਾਲ ਐਨਜੀਟੀ ਵੱਲੋਂ ਕੀਤਾ ਗਿਆ ਸੀ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ, ਉਹ ਵੀ ਹਾਲੇ ਤੱਕ ਨਹੀਂ ਮਿਲਿਆ। ਨਾ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਲਈ ਢੁਕਵੇਂ ਖੇਤੀ ਸੰਦ ਸਬਸਿਡੀ ਤੇ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸਰਕਾਰ ਨੇ। ਸੋ ਸਾਨੂੰ ਇਹ ਜਿਹੜਾ ਆਰਡੀਨੈਂਸ ਹੈ, ਇਹ ਕਾਨੂੰਨ ਹੈ, ਕਿਸੇ ਵੀ ਕੀਮਤ ਤੇ ਮਨਜ਼ੂਰ ਨਹੀਂ ਹੈ। ਕਿਸਾਨ ਪਰਾਲੀ ਨੂੰ ਅੱਗ ਜ਼ਰੂਰ ਲਾਉਣਗੇ, ਸਾਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਸਾਡੇ ਕੋਲ ਕੋਈ ਦੂਸਰਾ ਹੱਲ ਨਹੀਂ ਹੈਗਾ। ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੀ ਮੈਸੇਜ ਜਿਹੜਾ ਸਰਕਾਰ ਨੂੰ ਭੇਜਿਆ ਹੈ ਤੇ ਨਾਲ ਹੀ 5 ਨਵੰਬਰ ਨੂੰ ਜਿਹੜਾ ਭਾਰਤ ਬੰਦ ਦਾ ਸੱਦਾ ਜਾਂ ਕਹਿ ਲਈਏ ਕਿ ਚੱਕਾ ਜਾਮ ਦਾ ਸੱਦਾ ਦਿੱਤਾ ਹੈ 4 ਘੰਟਿਆਂ ਦੇ ਲਈ, ਉਹਨੂੰ ਸਫਲ ਬਣਾਉਣ ਦੇ ਲਈ ਵੀ ਇਸ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਇਸ ਨੂੰ ਸਫਲ ਹੈ ਜਿਹੜਾ ਉਹ ਬਣਾਇਆ ਜਾ ਸਕੇ। ਉਧਰ ਸਿਆਸੀ ਲੋਕ ਆਪਣੀ ਸਿਆਸਤ ਵੀ ਕਰ ਰਹੇ ਨੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਇੱਕ ਨਵਾਂ ਦਾਅ ਖੇਡਿਆ ਜਿਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਕਸੂਤੇ ਫਸਦੇ ਨਜ਼ਰ ਆ ਰਹੇ ਨੇ। ਦਰਅਸਲ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਖੇਤੀ ਕਾਨੂੰਨ
ਕਾਨੂੰਨਾਂ ਦੇ ਵਿਰੁੱਧ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜੇ ਬਿੱਲ ਪਾਸ ਕੀਤੇ ਗਏ ਸੀ ਉਹਨਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 4 ਨਵੰਬਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਲ ਮੁਲਾਕਾਤ ਕਰਨਗੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਨੂੰ ਰਾਸ਼ਟਰਪਤੀ ਕੋਲ ਚੱਲਣ ਦੀ ਅਪੀਲ ਕੀਤੀ ਹੈ। ਤੇ ਇਹ ਜਦੋਂ ਪਿਛਲੇ ਦਿਨੀ ਬਿੱਲ ਪਾਸ ਹੋਇਆ ਸੀ ਵਿਧਾਨ ਸਭਾ ਦੇ ਵਿੱਚ, ਸਾਰੇ ਬਿੱਲ ਪਾਸ ਹੋਏ ਸੀ, ਸਾਰੇ ਪਾਰਟੀਆਂ ਦੇ ਵਿਧਾਇਕ ਇਕੱਠੇ ਖੜੇ ਸੀ। ਉਸ ਵੇਲੇ ਐਲਾਨ ਕੀਤਾ ਸੀ ਕਿ 115 ਦੇ 115 ਵਿਧਾਇਕ 2 ਬੀਜੇਪੀ ਦਿਆਂ ਨੂੰ ਛੱਡ ਕੇ ਇਹ ਸਾਰੇ ਰਾਸ਼ਟਰਪਤੀ ਕੋਲ ਜਾਣਗੇ। ਪਰ ਇਹ ਜਿਹੜੇ ਸੁਖਬੀਰ ਬਾਦਲ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਜਾਂ ਆਮ ਆਦਮੀ ਪਾਰਟੀ, ਇਹਨਾਂ ਨੇ ਲਗਾਤਾਰ ਵਿਰੋਧ ਕੀਤਾ। ਉਹ ਬਿੱਲਾਂ ਨੂੰ ਪਾਸ ਕਰਨ ਤੋਂ ਬਾਅਦ ਖੁਦ ਪਾਸ ਕੀਤੇ, ਨਾਲ ਸਰਬਸੰਮਤੀ ਦੇ ਨਾਲ ਰਾਜਪਾਲ ਕੋਲ ਵੀ ਗਏ। ਉਸ ਤੋਂ ਬਾਅਦ ਦੂਸਰੇ ਦਿਨ ਇਹ ਵਿਰੋਧ ਕਰਨ ਲੱਗੇ ਸੀ। ਹੁਣ ਦੇਖਣਾ ਹੋਏਗਾ ਕਿ ਕੈਪਟਨ ਸਾਹਿਬ ਦੀ ਅਪੀਲ ਨੂੰ ਇਹ ਪਾਰਟੀਆਂ ਮੰਨਦੀਆਂ ਨੇ ਕਿ ਨਹੀਂ ਮੰਨਦੀਆਂ। ਖਬਰ ਹੁਸ਼ਿਆਰਪੁਰ ਤੋਂ ਹੈ, ਜਿੱਥੇ ਟਾਂਡਾ ਦੇ ਵਿੱਚ ਕਿਸਾਨ ਜਾਗਰੂਕਤਾ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਨੋਟਬੰਦੀ GST ਦੇ ਨਾਲ ਪਹਿਲਾਂ ਛੋਟੇ ਵਪਾਰੀਆਂ ਨੂੰ ਤਬਾਹ ਕੀਤਾ ਤੇ ਹੁਣ ਕਾਲੇ ਖੇਤੀ ਕਾਨੂੰਨਾਂ ਦੇ ਨਾਲ ਸਾਰੇ ਦੇਸ਼ ਦੇ ਕਿਸਾਨਾਂ ਨੂੰ ਤਬਾਹ ਕਰ ਰਹੀ ਹੈ। ਅਗਲੀ ਖਬਰ ਚੰਡੀਗੜ੍ਹ ਤੋਂ ਹੈ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ। SGPC ਦੇ ਪ੍ਰਧਾਨ ਨੂੰ ਆਖਿਰਕਾਰ ਧਰਨਾ ਕਿਉਂ ਦੇਣਾ ਪੈ ਗਿਆ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ? ਦਰਅਸਲ 24 ਅਕਤੂਬਰ ਨੂੰ ਜਿਹੜਾ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਦੇ ਵਿਚਾਲੇ ਜੋ ਝੜਪ ਹੋਈ ਸੀ, ਉਸ ਨੂੰ ਲੈ ਕੇ ਦੋਵਾਂ ਧਿਰਾਂ ਦੇ ਖਿਲਾਫ ਪੁਲਿਸ ਪਰਚੇ ਦਰਜ ਹੋਏ ਨੇ ਤੇ SGPC ਦੇ ਪ੍ਰਧਾਨ ਇਹ ਮੰਗ ਲੈ ਕੇ ਪਹੁੰਚੇ ਸੀ ਕਿ ਜਿਹੜੇ SGPC ਦੇ ਮੁਲਾਜ਼ਮਾਂ ਦੇ ਖਿਲਾਫ ਕ੍ਰਾਸ ਕੇਸ ਦਰਜ ਹੋਏ ਨੇ ਉਹਨਾਂ ਨੂੰ ਰੱਦ ਕਰਵਾਉਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਜਦੋਂ ਉੱਥੇ ਉਹ ਮੰਗ ਪੱਤਰ ਦੇਣ ਪਹੁੰਚੇ, ਇਹਨਾਂ ਦੇ ਨਾਲ SGPC ਦੇ ਹੋਰ ਵੀ ਅਹੁਦੇਦਾਰ ਮੁਲਾਜ਼ਮ ਸਨ, ਤਾਂ ਇਹਨਾਂ ਨੇ ਕੁਝ ਸਮੇਂ ਦੇ ਲਈ ਧਰਨਾ ਦੇ ਦਿੱਤਾ ਸੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਾਹਰ। ਉਸ ਤੋਂ ਬਾਅਦ ਉਹਨਾਂ ਨੇ ਮੁੱਖ ਮੰਤਰੀ ਦੇ OSD ਨੂੰ ਮੰਗ ਪੱਤਰ ਦਿੱਤਾ ਅਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਮੁਲਾਜ਼ਮਾਂ ਤੇ ਕੀਤਾ ਗਿਆ ਕ੍ਰਾਸ ਪਰਚਾ ਤੁਰੰਤ ਰੱਦ ਕੀਤਾ ਜਾਵੇ। SGPC ਮੁਲਾਜ਼ਮਾਂ ਤੇ ਹਮਲਾ ਕਰਨ ਵਾਲੇ ਅਖੌਤੀ ਸਤਕਾਰ ਕਮੇਟੀ ਦੇ ਲੋਕਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਬਣੇ ਮਾਹੌਲ ਦੀ ਜ਼ਿੰਮੇਵਾਰੀ ਪੰਜਾਬ ਦੀ ਕਾਂਗਰਸ ਸਰਕਾਰ ਦੀ ਹੋਵੇਗੀ। ਅਗਲੀ ਖਬਰ ਹੈ, ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਖਤਮ ਕਰਕੇ ਇੱਥੇ ਕੇਂਦਰ ਦੀ ਸਿਫਾਰਿਸ਼ ਤੇ ਨਵਾਂ ਬੋਰਡ ਬਣਾ ਕੇ ਯੂਨੀਵਰਸਿਟੀ ਦੇ ਕਾਰਜ ਕਰਨ ਦੀ ਤਜਵੀਜ਼ ਦੇ ਬਾਰੇ ਖੁਲਾਸਾ ਕੀਤਾ। ਮੀਡੀਆ ਨੂੰ ਜਾਣਕਾਰੀ ਦਿੱਤੀ ਢੀਂਡਸਾ ਨੇ ਕਿ ਅਜਿਹਾ ਕਰਨ ਨਾਲ ਪੰਜਾਬ ਯੂਨੀਵਰਸਿਟੀ ਦਾ ਲੋਕਤੰਤਰੀ ਢਾਂਚਾ ਸਦਾ ਲਈ ਖਤਮ ਹੋ ਜਾਏਗਾ ਅਤੇ ਯੂਨੀਵਰਸਿਟੀ ਉੱਤੇ ਪੰਜਾਬ ਦਾ ਹੱਕ ਵੀ ਖਤਮ ਹੋ ਜਾਏਗਾ। ਢੀਂਡਸਾ ਨੇ ਕਿਹਾ ਕਿ ਰਿਪੋਰਟਸ ਮਿਲ ਰਹੀਆਂ ਨੇ ਕਿ ਕੇਂਦਰ ਸਰਕਾਰ ਜਿਹੜੀ ਨਵੀਂ ਵਿਦਿਅਕ ਨੀਤੀ 2020 ਬਣਾਈ ਹੈ, ਉਸ ਦੇ ਅਧੀਨ ਕੇਂਦਰ ਸਰਕਾਰ ਬੋਰਡ ਬਣਾ ਕੇ ਸੈਨੇਟ ਨੂੰ ਭੰਗ ਕਰਨ ਦੀ ਤਜਵੀਜ਼ ਲਿਆ ਰਹੀ ਹੈ। ਢੀਂਡਸਾ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ 138 ਸਾਲ ਪੁਰਾਣਾ ਅਦਾਰਾ ਹੈ। ਆਜ਼ਾਦੀ ਤੋਂ ਬਾਅਦ ਦਿੱਲੀ ਤੇ ਸ਼ਿਮਲਾ ਰਹਿਣ ਤੋਂ ਬਾਅਦ 1958 ਵਿੱਚ ਚੰਡੀਗੜ੍ਹ ਵਿੱਚ ਇਸ ਯੂਨੀਵਰਸਿਟੀ ਨੂੰ ਪੱਕੇ ਤੌਰ ਤੇ ਸਥਾਪਿਤ ਕੀਤਾ ਗਿਆ ਤੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਜਿਹੜਾ ਚੰਡੀਗੜ੍ਹ ਬਣਾਇਆ ਗਿਆ ਹੈ, ਉਸ ਦੇ ਅਦਾਰੇ ਦੇ ਉੱਤੇ ਪੰਜਾਬ ਦਾ ਪਹਿਲਾ ਹੱਕ ਹੋਣਾ ਚਾਹੀਦਾ ਹੈ। ਅਗਲੀ ਖਬਰ ਨਵਾਂ ਸ਼ਹਿਰ ਤੋਂ ਹੈ, ਕ੍ਰਾਈਮ ਦੇ ਨਾਲ ਜੁੜੀ ਖਬਰ ਹੈ। ਬਲਾਚੌਰ ਦੇ ਪਿੰਡ ਬੁਰਜ ਦੇ ਵਿੱਚ ਇੱਕ ਨੌਜਵਾਨ ਨੇ ਆਪਣੇ ਹੀ ਮਾਂ-ਪਿਓ ਦੀ ਤੇਜ਼ਧਾਰ ਹਥਿਆਰਾਂ ਦੇ ਨਾਲ ਹੱਤਿਆ ਕਰ ਦਿੱਤੀ। ਕਤਲ ਦਾ ਪਤਾ ਲੋਕਾਂ ਨੂੰ ਦੂਸਰੇ ਦਿਨ ਸਵੇਰੇ ਲੱਗਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨਸ਼ਾ ਕਰਨ ਦਾ ਆਦੀ ਹੈ, ਆਪਣੇ ਮਾਂ-ਪਿਓ ਤੋਂ ਪੈਸੇ ਮੰਗ ਰਿਹਾ ਸੀ। ਪੈਸੇ ਨਾ ਮਿਲਣ ਤੇ ਉਸਨੇ ਆਪਣੇ ਮਾਂ-ਪਿਓ ਦਾ ਕਤਲ ਹੀ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮੁਲਜ਼ਮ ਹਰਦੀਪ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਅਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਗਲੀ ਖਬਰ ਹੈ ਕਿ ਪਾਵਰਕਾਮ ਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਨੇ ਇਸ ਵਾਰ ਕਾਲੀ ਦੀਵਾਲੀ ਮਨਾਉਣ ਅਤੇ ਲੜੀਵਾਰ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਨਾਲ ਕਈ ਮੀਟਿੰਗਾਂ ਹੋਈਆਂ, ਉਹਨਾਂ ਨੇ ਸਾਡੀਆਂ ਮੰਗਾਂ ਮੰਨਣ ਦਾ ਕਈ ਵਾਰੀ ਭਰੋਸਾ ਦਿੱਤਾ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਇਸ ਕਰਕੇ 2 ਨਵੰਬਰ ਤੋਂ ਸਹਾਇਕ ਕਿਰਤ ਕਮਿਸ਼ਨਰਾਂ ਅਤੇ ਨਿਗਰਾਨ ਇੰਜੀਨੀਅਰ ਦਫ਼ਤਰਾਂ ਦੇ ਮੂਹਰੇ ਅਸੀਂ ਸਰਕਲ ਪੱਧਰੀ ਧਰਨੇ ਪ੍ਰਦਰਸ਼ਨ ਕਰਾਂਗੇ। 8 ਨਵੰਬਰ ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਸੂਬਾ ਪੱਧਰੀ ਸਰਕਲ ਕਮੇਟੀ ਤੇ ਡਿਵੀਜ਼ਨ ਕਮੇਟੀਆਂ ਸ਼ਮੂਲੀਅਤ ਕਰਨਗੀਆਂ। 14 ਨਵੰਬਰ ਨੂੰ ਕਾਲੀ ਦੀਵਾਲੀ ਮਨਾ ਕੇ ਸ਼ਹਿਰਾਂ ਪਿੰਡਾਂ ਵਿੱਚ ਰੋਸ ਮਾਰਚ ਕੱਢੇ ਜਾਣਗੇ। ਕੈਪਟਨ ਸਰਕਾਰ ਦੇ ਪੁਤਲੇ ਫੂਕੇ ਜਾਣਗੇ। 17 ਨਵੰਬਰ ਨੂੰ ਕਿਰਤ ਕਮਿਸ਼ਨਰ ਪੰਜਾਬ ਮੋਹਾਲੀ ਦਫ਼ਤਰ ਮੂਹਰੇ ਪਰਿਵਾਰਾਂ ਤੇ ਬੱਚਿਆਂ ਸਮੇਤ ਸੂਬਾ ਪੱਧਰੀ ਧਰਨਾ ਦਿੱਤਾ ਜਾਏਗਾ।
ਮਹਾਰਿਸ਼ੀ ਵਾਲਮੀਕ ਜੀ ਦੇ ਜਨਮ ਦਿਹਾੜੇ ਮੌਕੇ 31 ਅਕਤੂਬਰ 2020 ਜਿਹੜੀ ਸ਼ਨੀਵਾਰ ਨੂੰ ਪੰਜਾਬ ਸਰਕਾਰ ਨੇ ਜਨਤਕ ਛੁੱਟੀ ਦਾ ਐਲਾਨ ਕੀਤਾ ਹੋਇਆ, ਉਸ ਨੂੰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੇ ਅਧੀਨ ਵੀ ਛੁੱਟੀ ਐਲਾਨ ਦਿੱਤਾ ਹੈ ਹੁਣ ਪੰਜਾਬ ਸਰਕਾਰ ਨੇ, ਤੇ ਇਸ ਦਾ ਲਾਭ ਜਿਹੜਾ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਜ਼ਾਹਿਰ ਤੌਰ ਤੇ ਹੋਏਗਾ। ਪਹਿਲਾਂ 31 ਅਕਤੂਬਰ ਦੀ ਛੁੱਟੀ ਨੂੰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੇ ਅਧੀਨ ਨਹੀਂ ਰੱਖਿਆ ਗਿਆ ਸੀ। ਅਗਲੀ ਖਬਰ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵੱਲੋਂ ਮਈ 2020 ਦੇ ਵਿੱਚ ਲਏ ਗਏ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ। ਵਿਦਿਆਰਥੀ ਯੂਨੀਵਰਸਿਟੀ ਦੀ ਵੈਬਸਾਈਟ www.gndu.ac.in ਦੇ ਉੱਤੇ ਨਤੀਜੇ ਵੇਖ ਸਕਦੇ ਨੇ। ਇਹ ਨਤੀਜੇ ਮਾਸਟਰ ਇਨ ਟੂਰਿਜ਼ਮ ਮੈਨੇਜਮੈਂਟ ਸਮੈਸਟਰ ਚੌਥਾ, MSc ਬਾਇਓਟੈਕਨੋਲੋਜੀ ਸਮੈਸਟਰ ਚੌਥਾ, ਡਿਪਲੋਮਾ ਇਨ ਕੰਪਿਊਟਰ ਐਨੀਮੇਸ਼ਨ ਸਮੈਸਟਰ ਦੂਜਾ ਤੇ ਬੈਚਲਰ ਆਫ ਵੋਕੇਸ਼ਨ ਸਮੈਸਟਰ 6ਵਾਂ ਦੇ ਨਤੀਜੇ ਐਲਾਨੇ ਗਏ ਨੇ। ਅਗਲੀ ਖਬਰ ਕਿਸਾਨਾਂ ਦੇ ਕਰਜ਼ੇ ਦੇ ਨਾਲ ਜੁੜੀ ਹੋਈ ਹੈ। ਵਿੱਤ ਮੰਤਰਾਲੇ ਨੇ ਕਿਸਾਨ ਵਿਰੋਧੀ ਇੱਕ ਹੋਰ ਫੈਸਲਾ ਲਿਆ ਹੈ। ਵਿੱਤ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਖੇਤੀਬਾੜੀ ਤੇ ਇਸ ਨਾਲ ਸੰਬੰਧਿਤ ਗਤੀਵਿਧੀਆਂ ਲਈ ਲਏ ਹੋਏ ਕਰਜ਼ੇ ਪਿਛਲੇ ਹਫ਼ਤੇ ਸਰਕਾਰ ਨੇ ਜਿਹੜਾ ਐਲਾਨ ਕੀਤਾ ਸੀ ਵਿਆਜ ਉੱਤੇ ਵਿਆਜ ਮਾਫ ਕਰਨ ਦਾ, ਉਸ ਦੇ ਯੋਗ ਨਹੀਂ ਹੈਗੇ। ਜਿਨ੍ਹਾਂ ਕਿਸਾਨਾਂ ਨੇ ਖੇਤੀਬਾੜੀ ਦੇ ਕੰਮਾਂ ਜਾਂ ਟਰੈਕਟਰਾਂ ਜਾਂ ਹੋਰ ਸੰਦਾਂ ਦੇ ਲਈ ਕਰਜ਼ੇ ਲਏ ਸੀ, ਉਹ ਹਾਲ ਹੀ ਵਿੱਚ ਦਿੱਤੀ ਰਾਹਤ ਦੇ ਘੇਰੇ ਦੇ ਵਿੱਚੋਂ ਬਾਹਰ ਨੇ। ਸਰਕਾਰ ਨੇ ਕਿਹਾ ਸੀ ਕਿ 2 ਕਰੋੜ ਰੁਪਏ ਤੱਕ ਦੇ ਕਰਜ਼ਿਆਂ ਦੇ ਉੱਤੇ ਵਿਆਜ ਮਾਫ ਕਰ ਦਿੱਤਾ ਹੈ, ਪਰ ਕਿਸਾਨਾਂ ਨੂੰ ਇਸ ਰਾਹਤ ਤੋਂ ਬਾਹਰ ਕੱਢ ਦਿੱਤਾ ਗਿਆ। ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਕਾਫੀ ਵਿਵਾਦਾਂ ਦੇ ਵਿੱਚ ਵੀ ਰਹਿੰਦੇ ਨੇ, ਉਹਨਾਂ ਨੇ ਇੱਕ ਐਲਾਨ ਕੀਤਾ ਹੈ ਕਿ ਪੰਜਾਬ ਦੇ ਵਿੱਚ ਘਰ ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਨੌਕਰੀ ਦੀ ਭਾਲ ਕਰਨ ਵਾਲਿਆਂ ਦੇ ਲਈ ਪੰਜਾਬ ਜੌਬ ਹੈਲਪਲਾਈਨ ਸਥਾਪਿਤ ਕੀਤੀ ਜਾਏਗੀ। ਤੇ ਇਹ ਤੁਹਾਨੂੰ ਅਸੀਂ ਸਪਸ਼ਟ ਕਰ ਦਈਏ ਕਿ ਇਹ ਸਿਰਫ ਜੌਬ ਹੈਲਪਲਾਈਨ ਹੋਏਗੀ, ਯਾਨੀ ਕਿ ਇੱਕ ਮੋਬਾਈਲ ਨੰਬਰ ਤੁਹਾਨੂੰ ਦਿੱਤਾ ਜਾਏਗਾ। ਇਸ ਮੋਬਾਈਲ ਨੰਬਰ ਦੇ ਜ਼ਰੀਏ ਤੁਸੀਂ ਸਿਰਫ ਆਪਣੇ ਸਵਾਲ ਪੁੱਛ ਸਕਦੇ ਹੋ। ਅੰਗਰੇਜ਼ੀ ਅਤੇ ਪੰਜਾਬੀ ਦੇ ਵਿੱਚ ਤੁਹਾਡੇ ਸਵਾਲਾਂ ਦਾ, ਤੁਹਾਡੀਆਂ ਕਾਲਾਂ ਦਾ ਜਵਾਬ ਹੈ ਜਿਹੜਾ ਉਹ ਦਿੱਤਾ ਜਾਏਗਾ, ਪਰ ਤੁਹਾਨੂੰ ਇਹ ਨਹੀਂ ਕਿ ਤੁਹਾਨੂੰ ਇਸ ਜੌਬ ਹੈਲਪਲਾਈਨ ਦੇ ਜ਼ਰੀਏ ਤੁਹਾਨੂੰ ਨੌਕਰੀ ਦਿੱਤੀ ਜਾਏਗੀ। ਅਗਲੀ ਖਬਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ ਹੈ, ਜਿੱਥੋਂ ਦੇ ਡਿਪਟੀ ਕਮਿਸ਼ਨਰ ਗਰੀਸ਼ ਦਿਆਲਨ ਨੇ ਸਿਵਲ ਸਰਜਨ ਦਫ਼ਤਰ 'ਚ ਆਉਣ ਵਾਲੇ ਪੰਦਰਵਾੜੇ ਦੇ ਵਿੱਚ ਵਿਆਪਕ ਨਮੂਨੇ ਲੈਣ ਦੇ ਨਿਰਦੇਸ਼ ਦਿੱਤੇ ਨੇ, ਯਾਨੀ ਕਿ ਕੋਵਿਡ-19 ਟੈਸਟਿੰਗ ਦੇ ਨਿਰਦੇਸ਼ ਦਿੱਤੇ ਨੇ। ਸਾਰੇ ਜ਼ਿਲ੍ਹਾ ਦਫ਼ਤਰਾਂ ਦੇ ਸਟਾਫ ਦੀ ਕੋਵਿਡ-19 ਟੈਸਟਿੰਗ ਯਕੀਨੀ ਬਣਾਉਣ ਦੇ ਲਈ ਕਿਹਾ ਤੇ 10 ਨਵੰਬਰ ਤੱਕ ਰਿਪੋਰਟ ਜਮ੍ਹਾਂ ਕਰਵਾਉਣ ਨੂੰ ਕਿਹਾ। ਤਿਉਹਾਰਾਂ ਦੇ ਮੱਦੇਨਜ਼ਰ ਮਿਠਾਈਆਂ, ਖਾਣ ਵਾਲੀਆਂ ਚੀਜ਼ਾਂ, ਰੌਸ਼ਨੀ ਵਾਲੇ ਯੰਤਰ, ਬਿਜਲੀ ਉਪਕਰਨਾਂ ਦੀ ਵਿਕਰੀ ਵਾਲੀਆਂ ਦੁਕਾਨਾਂ ਤੇ ਵੀ ਵਿਸ਼ੇਸ਼ ਧਿਆਨ ਦੇਣ ਨੂੰ ਕਿਹਾ ਹੈ। 50 ਤੋਂ ਵੱਧ ਕਰਮਚਾਰੀਆਂ ਵਾਲੇ ਦਫ਼ਤਰਾਂ ਲਈ ਸਿਵਲ ਸਰਜਨ ਦੇ ਵੱਲੋਂ ਮੋਬਾਈਲ ਵੈਨ ਟੈਸਟਿੰਗ ਟੀਮ ਮੁਹੱਈਆ ਕਰਵਾਈ ਜਾਏਗੀ। ਵਿਦਿਅਕ ਸੰਸਥਾਵਾਂ ਨੂੰ ਵੀ ਕਿਹਾ ਗਿਆ ਕਿ ਉਹ ਆਪਣੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਦੀ ਕੋਵਿਡ ਜਾਂਚ ਨੂੰ ਯਕੀਨੀ ਬਣਾਉਣ। ਪੂਰੇ ਭਾਰਤ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਖਬਰ ਹੈ ਕਿਸਾਨਾਂ ਦੇ ਕਰਜ਼ੇ ਦੇ ਨਾਲ ਜੁੜੀ ਹੋਈ। ਵਿੱਤ ਮੰਤਰਾਲੇ ਨੇ ਇੱਕ ਵੱਡਾ ਤੇ ਮਾਰੂ ਐਲਾਨ ਕੀਤਾ ਹੈ ਕਿ ਖੇਤੀਬਾੜੀ ਤੇ ਇਸ ਨਾਲ ਸੰਬੰਧਿਤ ਗਤੀਵਿਧੀਆਂ ਦੇ ਲਈ ਲਏ ਹੋਏ ਕਰਜ਼ੇ ਪਿਛਲੇ ਹਫ਼ਤੇ ਸਰਕਾਰ ਵੱਲੋਂ ਐਲਾਨੇ ਵਿਆਜ ਉੱਤੇ ਵਿਆਜ ਮਾਫੀ ਦੇ ਯੋਗ ਨਹੀਂ ਹਨ। ਯਾਨੀ ਕਿ ਜਿਹੜੇ ਕਿਸਾਨਾਂ ਨੇ ਕਿਸਾਨੀ ਮਸਲਿਆਂ ਦੇ ਲਈ ਜਿਹੜਾ ਵੀ ਕਰਜ਼ਾ ਲਿਆ ਸੀ, ਖੇਤੀਬਾੜੀ ਦੇ ਲਈ ਜਿਹੜਾ ਵੀ ਕਰਜ਼ਾ ਲਿਆ ਸੀ, ਖੇਤੀ ਦੇ ਕੰਮਾਂ ਜਾਂ ਟਰੈਕਟਰਾਂ ਜਾਂ ਹੋਰ ਸੰਦਾਂ ਦੇ ਲਈ ਕਰਜ਼ਾ ਲਿਆ, ਉਹ ਕੇਂਦਰ ਦੀ ਦਿੱਤੀ ਰਾਹਤ ਦੇ ਘੇਰੇ ਵਿੱਚ ਨਹੀਂ ਆਉਂਦਾ। ਸਰਕਾਰ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ 2 ਕਰੋੜ ਰੁਪਏ ਤੱਕ ਦੇ ਕਰਜ਼ਿਆਂ ਦੇ ਉੱਤੇ ਵਿਆਜ ਨੂੰ ਮਾਫ ਕਰ ਦਿੱਤਾ ਹੈ, ਪਰ ਹੁਣ ਕੇਂਦਰ ਸਰਕਾਰ ਨੇ ਨਵਾਂ ਫਰਮਾਨ ਜਾਰੀ ਕਰ ਦਿੱਤਾ ਹੈ ਕਿ ਇਹ ਰਾਹਤ ਖੇਤੀਬਾੜੀ ਜਾਂ ਫਿਰ ਟਰੈਕਟਰਾਂ ਦੇ ਉੱਤੇ ਲਏ ਕਰਜ਼ਿਆਂ ਤੇ ਲਾਗੂ ਨਹੀਂ ਹੋਏਗੀ। ਯਾਨੀ ਕਿ ਕਿਸਾਨਾਂ ਦੇ ਲਈ ਇੱਕ ਹੋਰ ਮਾਰੂ ਫੈਸਲਾ ਕੇਂਦਰ ਨੇ ਸੁਣਾਇਆ ਹੈ, ਵਿਤਕਰੇ ਵਾਲਾ ਫੈਸਲਾ ਸੁਣਾਇਆ ਹੈ। ਅਗਲੀ ਖਬਰ ਸ਼੍ਰੀਨਗਰ ਤੋਂ ਹੈ। ਨੈਸ਼ਨਲ ਕਾਨਫਰੰਸ ਨੇ ਦਾਅਵਾ ਕੀਤਾ ਹੈ ਕਿ ਜੰਮੂ ਕਸ਼ਮੀਰ ਦੇ ਅਧਿਕਾਰੀਆਂ ਨੇ ਪਾਰਟੀ ਪ੍ਰਧਾਨ ਫਾਰੂਕ ਅਬਦੁੱਲਾ ਨੂੰ ਮਿਲਾਦ ਉਨ ਨਬੀ ਦੇ ਮੌਕੇ ਤੇ ਨਮਾਜ਼ ਅਦਾ ਕਰਨ ਲਈ ਹਜ਼ਰਤ ਬਾਲ ਦਰਗਾਹ ਦੇ ਉੱਤੇ ਨਹੀਂ ਜਾਣ ਦਿੱਤਾ। ਅਧਿਕਾਰੀਆਂ ਨੇ ਉਹਨਾਂ ਨੂੰ ਘਰ ਤੋਂ ਬਾਹਰ ਹੀ ਨਹੀਂ ਆਉਣ ਦਿੱਤਾ, ਨਮਾਜ਼ ਅਦਾ ਕਰਨ ਤੋਂ ਰੋਕ ਦਿੱਤਾ। ਅਗਲੀ ਖਬਰ ਹੈ ਬੱਚਿਆਂ ਦੇ ਨਾਲ ਜੁੜੀ ਹੋਈ। ਚਾਈਲਡਲਾਈਨ ਹੈਲਪਲਾਈਨ ਨੰਬਰ ਹੈ ਆਪਣੇ ਦੇਸ਼ ਦੇ ਵਿੱਚ 1098। ਇਹ ਜਾਣਕਾਰੀ ਮਿਲੀ ਹੈ ਕਿ ਇਹਦੇ ਉੱਤੇ 40% ਸਾਇਲੈਂਟ ਕਾਲਸ ਆਉਂਦੀਆਂ ਨੇ, ਮੌਨ ਕਾਲਾਂ ਆਉਂਦੀਆਂ ਨੇ। ਅਜਿਹੀਆਂ ਕਾਲਸ ਜਿਨ੍ਹਾਂ ਦੇ ਵਿੱਚ ਕੋਈ ਬੋਲਦਾ ਨਹੀਂ ਹੈ ਪਰ ਉਹਨਾਂ ਨੂੰ ਮਦਦ ਦੀ ਲੋੜ ਹੁੰਦੀ ਹੈ। ਇਹ ਅੰਕੜਾ ਸਾਲ 2018 ਤੋਂ ਲੈ ਕੇ
ਸਤੰਬਰ 2020 ਤੱਕ ਦਾ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਵਿੱਚੋਂ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਫੋਨ ਕਰਨ ਵਾਲਿਆਂ ਦੇ ਵੱਲੋਂ ਮਦਦ ਦੇ ਲਈ ਫੋਨ ਕੀਤਾ ਜਾਂਦਾ ਹੈ, ਪਰ ਸ਼ੋਸ਼ਣ ਜਾਂ ਹਿੰਸਾ ਬਾਰੇ ਦੱਸਣ ਦੀ ਹਿੰਮਤ ਨਹੀਂ ਹੁੰਦੀ। ਅਧਿਕਾਰੀਆਂ ਨੇ ਕਿਹਾ ਕਿ ਸਾਇਲੈਂਟ ਕਾਲ ਦੇ ਵਿੱਚ ਕਾਲ ਕਰਨ ਵਾਲਾ ਕੁਝ ਨਹੀਂ ਕਹਿੰਦਾ, ਹਾਲਾਂਕਿ ਪਿੱਛੋਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਨੇ। ਚਾਈਲਡ ਲਾਈਨ 1098 ਮੁਸੀਬਤ ਦੇ ਵਿੱਚ ਫਸੇ ਬੱਚਿਆਂ ਦੇ ਲਈ ਦਿਨ ਰਾਤ ਕੰਮ ਕਰਨ ਵਾਲਾ ਭਾਰਤ ਦੇ ਵਿੱਚ ਹੈਲਪਲਾਈਨ ਨੰਬਰ ਹੈ। ਇਹ ਦੇਸ਼ ਦੇ 595 ਜ਼ਿਲ੍ਹਿਆਂ ਅਤੇ 135 ਰੇਲਵੇ ਚਾਈਲਡ ਹੈਲਪ ਡੈਸਕ ਦੇ ਲਈ ਕੰਮ ਕਰਦਾ ਹੈ। ਚਾਈਲਡ ਲਾਈਨ ਦੁਆਰਾ ਮੁਹੱਈਆ ਕਰਵਾਏ ਗਏ ਅੰਕੜਿਆਂ ਦੇ ਮੁਤਾਬਿਕ 2018 ਤੋਂ ਇਸ ਸਾਲ ਸਤੰਬਰ 2020 ਤੱਕ ਕੁੱਲ 2 ਕਰੋੜ 15 ਲੱਖ ਫੋਨ ਆਏ, ਜਿਨ੍ਹਾਂ ਵਿੱਚੋਂ 86 ਲੱਖ ਸਾਇਲੈਂਟ ਕਾਲ ਸਨ। ਬੱਚੇ ਮਦਦ ਲੈਣਾ ਚਾਹੁੰਦੇ ਸੀ ਪਰ ਉਹਨਾਂ ਦੇ ਅੰਦਰ ਹਿੰਮਤ ਨਹੀਂ ਸੀ ਦੱਸਣ ਦੀ, ਮੌਨ ਕਾਲ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ। ਅਗਲੀ ਖਬਰ ਹੈ ਕਿ ਵੱਧਦੀਆਂ ਕੀਮਤਾਂ ਨੂੰ ਠੱਲਣ ਦੇ ਲਈ ਹੁਣ ਕੇਂਦਰ ਸਰਕਾਰ ਪਿਆਜ਼ ਅਤੇ ਆਲੂ ਦੀ ਦਰਾਮਦ ਕਰ ਰਹੀ ਹੈ। ਕੇਂਦਰੀ ਖਪਤਕਾਰ ਮਾਮਲਿਆਂ ਦੇ ਮੰਤਰੀ ਪੀਯੂਸ਼ ਗੋਇਲ ਨੇ ਦੱਸਿਆ ਕਿ ਦੇਸ਼ ਦੇ ਵਿੱਚ ਪਿਆਜ਼ ਦੀਆਂ ਵੱਧਦੀਆਂ ਕੀਮਤਾਂ ਨੂੰ ਠੱਲ ਪਾਉਣ ਦੇ ਲਈ 7000 ਟਨ ਪਿਆਜ਼ ਦਰਾਮਦ ਕੀਤਾ ਜਾ ਚੁੱਕਿਆ ਹੈ ਅਤੇ 25000 ਟਨ ਦੀਵਾਲੀ ਤੋਂ ਪਹਿਲਾਂ ਦੇਸ਼ ਵਿੱਚ ਪਹੁੰਚ ਜਾਏਗਾ। ਉਹਨਾਂ ਕਿਹਾ ਕਿ ਆਲੂ ਦੇ ਭਾਅ ਨੂੰ ਵਧਣ ਤੋਂ ਰੋਕਣ ਤੇ ਮੰਗ ਪੂਰੀ ਕਰਨ ਦੇ ਲਈ ਭੂਟਾਨ ਤੋਂ 30000 ਟਨ ਆਲੂ ਦਰਾਮਦ ਕੀਤਾ ਜਾ ਰਿਹਾ ਹੈ। ਸੋ ਪਿਆਜ਼ ਤੇ ਆਲੂ ਬਹੁਤ ਮਹਿੰਗਾ ਹੋ ਰਿਹਾ ਹੈ ਹੁਣ ਮੁਲਕ ਦੇ ਵਿੱਚ। ਕਈ ਸੂਬਿਆਂ ਦੇ ਵਿੱਚ ਤਾਂ ਜਿਹੜਾ ਗੰਢਾ ਹੈ ਉਹ 100 ਰੁਪਏ ਪ੍ਰਤੀ ਕਿਲੋ ਤੱਕ ਵੀ ਪਹੁੰਚ ਚੁੱਕਿਆ ਹੈ। ਤੇ ਪੰਜਾਬ ਦੀ ਜੇ ਗੱਲ ਕਰ ਲਈਏ, ਹਰ ਸਾਲ ਅਜਿਹੀਆਂ ਤਸਵੀਰਾਂ ਆਉਂਦੀਆਂ ਨੇ ਜਦੋਂ ਗੰਢੇ ਤੇ ਆਲੂ ਸੜਕਾਂ ਦੇ ਉੱਤੇ ਰੋੜ ਕੇ ਪ੍ਰਦਰਸ਼ਨ ਕੀਤੇ ਜਾਂਦੇ ਨੇ। ਖਾਸ ਕਰਕੇ ਆਲੂ ਬੀਜਣ ਵਾਲੇ ਕਿਸਾਨ ਪਰੇਸ਼ਾਨ ਹੁੰਦੇ ਨੇ, ਪਰ ਹੁਣ ਜਦੋਂ ਮੰਗ ਵਧੀ ਹੈ ਤੇ ਉਦੋਂ ਦਰਾਮਦ ਹੈ ਜਿਹੜੀ ਉਹ ਬਾਹਰੋਂ ਮੰਗਵਾਇਆ ਜਾ ਰਿਹਾ ਹੈ, ਉਦੋਂ ਦਰਾਮਦ ਕੀਤੀ ਜਾ ਰਹੀ ਹੈ ਇਹਨਾਂ ਪਦਾਰਥਾਂ ਦੀ। ਪਿਆਜ਼ ਨੂੰ ਲੈ ਕੇ ਇੱਕ ਨਿੱਕਾ ਜਿਹਾ ਨੁਕਤਾ ਤੁਹਾਨੂੰ ਦੱਸਣਾ ਜ਼ਰੂਰ ਚਾਹਾਂਗੇ ਕਿ ਪਿਆਜ਼ ਦੀ ਕਦੇ ਵੀ ਕਿੱਲਤ ਨਹੀਂ ਆਏਗੀ ਜੇ ਤੁਸੀਂ ਆਪਣੇ ਘਰ ਦੇ ਵਿੱਚ ਗਮਲੇ ਵਿੱਚ, ਵੱਡੇ ਗਮਲੇ ਆਉਂਦੇ ਨੇ ਉਹਨਾਂ ਦੇ ਵਿੱਚ ਚੌਰਸ ਗਮਲੇ ਹੁੰਦੇ ਨੇ, ਜਾਂ ਫਿਰ ਜਿਹੜੇ ਲੋਕ ਪਿੰਡਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਵਿੱਚ ਕੱਚੀ ਥਾਂ ਹੈ ਵਿਹੜਿਆਂ ਦੇ ਵਿੱਚ, ਉੱਥੇ ਵੀ ਤੁਸੀਂ ਸਿਰਫ 1 ਕਿਲੋ ਗੰਢੇ ਬੀਜ ਲਓ ਤਾਂ ਪੂਰਾ ਸਾਲ ਤੁਹਾਨੂੰ ਕਦੇ ਵੀ ਗੰਢਿਆਂ ਦੀ ਤੋਟ ਨਹੀਂ ਆਏਗੀ। ਤੁਹਾਨੂੰ ਇਸ ਸਮੱਸਿਆ ਦੇ ਨਾਲ ਜੂਝਣਾ ਨਹੀਂ ਪਏਗਾ ਕਿ ਗੰਢਾ ਇੰਨਾ ਮਹਿੰਗਾ ਹੋ ਗਿਆ ਤੇ ਅਸੀਂ ਇੰਨੇ ਪੈਸੇ ਨਹੀਂ ਖਰਚਣੇ, ਇਸ ਕਰਕੇ ਅਸੀਂ ਬਹੁਤ ਹੀ ਸੰਕੋਚ ਦੇ ਨਾਲ ਇਹਨੂੰ ਵਰਤੀਏ। ਜੇ 1 ਕਿਲੋ ਗੰਢਾ ਹਰ ਬੰਦਾ ਆਪਣੇ ਘਰ ਦੇ ਵਿੱਚ ਬੀਜ ਲਵੇ ਤਾਂ ਇਸ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ। ਤੇ ਗੰਢੇ ਨੂੰ ਬੀਜਣ ਤੇ ਉਹਨੂੰ ਉੱਗਣ ਤੱਕ, ਪੱਕਣ ਤੱਕ ਕੋਈ ਬਹੁਤਾ ਟਾਈਮ ਨਹੀਂ ਲੱਗਦਾ। ਜਿਹੜੇ ਕਿਸਾਨਾਂ ਦੇ ਪਰਿਵਾਰ ਨੇ ਜਾਂ ਫਿਰ ਜਿਨ੍ਹਾਂ ਨੂੰ ਪਤਾ ਹੈ ਇਸ ਬਾਰੇ, ਉਹ ਚੰਗੀ ਤਰ੍ਹਾਂ ਜਾਣਦੇ ਨੇ ਇਸ ਗੱਲ ਬਾਰੇ। ਅਗਲੀ ਖਬਰ ਅਮੇਠੀ ਤੋਂ ਹੈ। ਜ਼ਿਲ੍ਹੇ ਦੇ ਮੁਨਸ਼ੀਗੰਜ ਦੇ ਬੰਦੋਈਆ ਦੇ ਵਿੱਚ ਦਲਿਤ ਮਹਿਲਾ ਪ੍ਰਧਾਨ ਨੂੰ ਜ਼ਿੰਦਾ ਸਾੜ ਕੇ ਮਾਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਕਤਲ ਦਾ ਇਲਜ਼ਾਮ ਲਾਇਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਅਗਲੀ ਖਬਰ ਆਂਧਰਾ ਪ੍ਰਦੇਸ਼ ਤੋਂ ਹੈ, ਜਿੱਥੇ ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਵਿੱਚ ਇੱਕ ਵਾਹਨ ਖੱਡ ਦੇ ਵਿੱਚ ਡਿੱਗਣ ਨਾਲ 7 ਲੋਕਾਂ ਦੀ ਮੌਤ ਹੋ ਗਈ। ਇਹ ਸਾਰੇ ਵਿਆਹ ਸਮਾਗਮ ਤੋਂ ਪਰਤ ਰਹੇ ਸੀ। ਪੁਲਿਸ ਨੇ ਦੱਸਿਆ ਕਿ 5 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ, ਜਦਕਿ 2 ਲੋਕਾਂ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ ਸੀ। ਗੱਡੀ ਚੜ੍ਹਾਈ ਤੋਂ ਉਤਰ ਰਹੀ ਸੀ ਤਾਂ ਅਚਾਨਕ ਵਾਹਨ ਦੀ ਬ੍ਰੇਕ ਫੇਲ ਹੋ ਜਾਣ ਦੇ ਨਾਲ ਇਹ ਹਾਦਸਾ ਵਾਪਰਿਆ। ਅਗਲੀ ਖਬਰ ਹੈ ਮਹਾਰਾਸ਼ਟਰ ਤੋਂ, ਜਿੱਥੇ 50% ਟੀਚਿੰਗ ਤੇ ਨਾਨ ਟੀਚਿੰਗ ਸਟਾਫ ਨੂੰ ਤੁਰੰਤ ਸਕੂਲ ਆਉਣ ਦੇ ਲਈ ਕਹਿ ਦਿੱਤਾ ਗਿਆ। ਸੂਬੇ ਦੇ ਸਕੂਲ ਸਿੱਖਿਆ ਵਿਭਾਗ ਦੇ ਵੱਲੋਂ ਆਨਲਾਈਨ, ਆਫਲਾਈਨ ਅਤੇ ਡਿਸਟੈਂਸ ਲਰਨਿੰਗ ਤੋਂ ਇਲਾਵਾ ਟੈਲੀ ਕਾਉਂਸਲਿੰਗ ਦੇ ਨਾਲ ਜੁੜੇ ਕੰਮ ਕਰਨ ਨੂੰ ਕਿਹਾ ਗਿਆ ਤੇ ਇਸ ਕਰਕੇ 50% ਟੀਚਿੰਗ ਤੇ ਨਾਨ ਟੀਚਿੰਗ ਸਟਾਫ ਨੂੰ ਤੁਰੰਤ ਸਕੂਲਾਂ ਦੇ ਵਿੱਚ ਬੁਲਾ ਲਿਆ ਗਿਆ। ਨਵੇਂ ਹੁਕਮ ਸਰਕਾਰੀ, ਨਿੱਜੀ ਤੇ ਟਰਸਟਾਂ ਵੱਲੋਂ ਚਲਾਏ ਜਾਂਦੇ ਸਾਰੇ ਵਿਦਿਅਕ ਅਦਾਰਿਆਂ ਉੱਤੇ ਲਾਗੂ ਹੁੰਦੇ ਨੇ। ਯੂਪੀ ਤੋਂ ਇੱਕ ਖਬਰ ਤੁਹਾਨੂੰ ਦੱਸਾਂਗੇ ਕਿ 7 ਦਹਾਕਿਆਂ ਬਾਅਦ ਵੀ ਇੱਥੋਂ ਦੇ ਕਈ ਪਿੰਡਾਂ ਵਿੱਚ ਬਿਜਲੀ ਨਹੀਂ ਪਹੁੰਚ ਸਕੀ। ਕੇਂਦਰ ਦੀ ਮੋਦੀ ਸਰਕਾਰ ਦਾਅਵਾ ਕਰ ਰਹੀ ਹੈ, ਨਾਅਰਾ ਚਲਾ ਰਹੀ ਹੈ ਕਿ ਘਰ ਘਰ ਬਿਜਲੀ ਅਸੀਂ ਪਹੁੰਚਾ ਰਹੇ ਹਾਂ, ਬਿਜਲੀ ਪਹੁੰਚਾ ਦੇਵਾਂਗੇ। ਪਰ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਦੇ ਵਿੱਚ ਅੱਜ ਵੀ ਅਜਿਹੇ ਬਹੁਤ ਸਾਰੇ ਪਿੰਡ ਨੇ ਜੋ ਆਜ਼ਾਦੀ ਦੇ ਕਈ ਦਹਾਕਿਆਂ ਬਾਅਦ ਵੀ ਪਿੰਡਾਂ ਦੇ ਵਿੱਚ ਬਿਜਲੀ ਦੇ ਬਲਬ ਜਗਣ ਦੀ ਉਡੀਕ ਵਿੱਚ ਬੈਠੇ ਨੇ। ਆਜ਼ਾਦੀ ਨੂੰ 7 ਦਹਾਕਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ, ਪਰ ਇਹ ਲੋਕ ਹਾਲੇ ਤੱਕ ਬਿਜਲੀ ਦੇ ਇੱਕ ਬਲਬ ਦੀ ਉਡੀਕ ਕਰ ਰਹੇ ਨੇ। ਝਾਂਸੀ ਜ਼ਿਲ੍ਹੇ ਦੇ ਤੋਡੀ ਫਤਿਹਪੁਰ ਥਾਣਾ ਖੇਤਰ ਦੇ ਕਕਵਾਰਾ ਦੇ ਪਿੰਡ ਸਿੱਧਪੁਰਾ ਦੇ ਲੋਕ ਅੱਜ ਵੀ ਬਿਜਲੀ ਦੀ ਉਡੀਕ 'ਚ ਨੇ। 300 ਤੋਂ ਵੱਧ ਆਬਾਦੀ ਵਾਲੇ ਇਸ ਪਿੰਡ ਦੇ ਲੋਕ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਲਾਲਟੈਨ ਯੁੱਗ ਦੇ ਵਿੱਚ ਰਹਿਣ ਦੇ ਲਈ ਮਜਬੂਰ ਨੇ। ਇਸ ਪਿੰਡ ਵਿੱਚ ਚਾਨਣ ਦਾ ਇੱਕੋ ਇੱਕ ਸਾਧਨ ਸਿਰਫ ਲਾਲਟੈਨ ਹੈ। ਹਨੇਰਾ ਹੁੰਦੇ ਹੀ ਲੋਕ ਆਪਣੇ ਕੰਮ ਅਤੇ ਬੱਚਿਆਂ ਦੀ ਪੜ੍ਹਾਈ ਲਾਲਟੈਨ ਆਸਰੇ ਕਰਦੇ ਨੇ ਤੇ ਜ਼ਿਆਦਾਤਰ ਕੰਮ ਨੇ ਜਿਹੜੇ ਹਨੇਰਾ ਹੋਣ ਤੋਂ ਪਹਿਲਾਂ ਹੀ ਇਹਨਾਂ ਲਈ ਮੁਕਾਉਣੇ ਇੱਕ ਚੈਲੰਜ ਹੁੰਦਾ ਹੈ। ਪਿੰਡ ਦੇ ਲੋਕ ਕਹਿੰਦੇ ਨੇ ਕਿ
ਕਿੰਨੀ ਵਾਰੀ ਹਰ ਸਾਲ ਵੋਟਾਂ ਪੈਂਦੀਆਂ ਨੇ। ਬੁੰਦੇਲਖੰਡ ਤੋਂ ਸੰਸਦ ਮੈਂਬਰ ਵਿਧਾਇਕ ਜਿੱਤੇ ਨੇ, ਉੱਤਰ ਪ੍ਰਦੇਸ਼ ਦੀ ਸੰਸਦ ਤੇ ਅਸੈਂਬਲੀ ਦੇ ਵਿੱਚ ਪਹੁੰਚੇ ਨੇ, ਕਿੰਨੀਆਂ ਸਰਕਾਰਾਂ ਆਈਆਂ, ਕਿੰਨੀਆਂ ਚਲੀਆਂ ਗਈਆਂ, ਪਰ ਅਸੀਂ ਹਾਲੇ ਤੱਕ ਹਨੇਰੇ ਵਿੱਚ ਹੀ ਬੈਠੇ ਹਾਂ। ਉਧਰ ਪੁਲਵਾਮਾ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਪਾਕਿਸਤਾਨ ਦੇ कैबिनेट मंत्री फवाद चौधरी के बयान तो बाद बीजेपी ने विरोधी धिर कांग्रेस के खिलाफ सख्त रुख अपनाया। केंद्रीय मंत्री प्रकाश जावड़ेकर ने पुलवामा हमले नूं लैके कांग्रेस तो माफ़ी की मंग की है। पुलवामा हमले दे विच 40 CRPF जवान शहीद होए सी। दरअसल जदों यह हमला होया सी तां राहुल गांधी ने ट्वीट करके इस हमले नूं सुरक्षा दे विच कमियां दा नतीजा दस्सिया सी ते सवाल चुके सी कि आखिर किस नूं इस हमले का सब तो वध फायदा होया। ते हुण उस ट्वीट नूं चक के बीजेपी कह रही है कि राहुल गांधी माफ़ी मंगण हुण तां साफ हो गया कि पाकिस्तान ने हमला करवाया। हालांकि जिहड़े पाकिस्तान के मंत्री ने उन्होंने कहा कि मेरे बयान नूं गलत तोड़ मरोड़ के पेश किया गया। अगली खबर है कि एक स्टडी हुई है जिहदे विच कहा गया कि भविख दे विच महामारियां होर भी घातक हो सकदियां ने। हिंदुस्तान टाइम्स की खबर के मुताबिक कई माहिरां वल्लों एक रिपोर्ट आई है जिहदे मुताबिक भविख दे विच दुनिया अक्सर महामारियां दा सामना करदी ही रहेगी। इन्हां महामारियां विचों कुछ करोना दे नालों भी खतरनाक होणगियां ते कंट्रोल करन दे लई बहुत महंगियां भी होणगियां। दुनिया के 22 माहिरां दे वल्लों यह रिपोर्ट कड्ढी गई है। एक ग्लोबल रिपोर्ट बायोडाइवर्सिटी अते महामारियां दे उत्ते है। रिपोर्ट उस वर्कशॉप का नतीजा है जो इंटर गवर्नमेंट साइंस पॉलिसी प्लेटफॉर्म ऑन बायोडाइवर्सिटी एंड इकोसिस्टम सर्विसेज ने करवाई सी। प्राइम टाइम दे विच हुण दुनिया भर दीयां खबरां विस्तार दे नाल जाण लैंदे आ। सब तो पहली खबर न्यूजीलैंड तो है जिथे इच्छा शक्ति दे नाल मौत की मंग दे उत्ते चर्चा हो रही है। दरअसल न्यूजीलैंड दे विच पिछले दिनी आम चोणां होईयां सी जिहदे विच दो तरह दीयां वोटां पवाईयां गईयां सी, जिन्हां विच एक भंग दी दवाई जां भंग दी शर्तामई वरतों संबंधी सी। इहदे विच शामिल सी कि भंग दे बूटियां नूं जां पत्तियां नूं दवाइयां दे रूप च बदल के इत्थे वरतना कानूनी होना चाहीदा जां फिर नहीं। दूसरा जिहड़ा जनमत सी वो संवेदनशील इच्छा मुक्ति सी, जिसदा मतलब सी कि जेकर कोई किसी लाइलाज जां जीवन के अंत वल वध रही बीमारी तो पीड़ित है, दुख सहार रहा है, तां की वो अपनी इच्छा के मुताबिक मौत लै सकदा है। इहदे संबंधी सरकार ने लाइफ चॉइस एक्ट 2019 पास किया है जो कि जनमत तो बाद अमल दे विच आ सकदा है। ते ये जिहड़े दो तरह के उत्थे दो तरह दीयां वोटां पवाईयां गईयां सी, दो तरह का लोक मत लिया गया सी, उहदे रुझान हुण सामने आ गए ने। जिहड़े नतीजिਆਂ तो पहलां रुझान आउंदे हुंदे ने, इन्हां दे विचों जिहड़ी इच्छा मुताबिक मौत लैण दे लई लोकां ने ज़्यादा वोट कीती है, जदों कि भंग दीयां शर्तां मुताबिक वरतों नूं जिहड़ा ना कर दित्ती है लोकां ने। इच्छा मुताबिक मौत संबंधी हुई वोटां दी गिणती मुताबिक इस मुद्दे ते 15,74,645 लोकां ने हाँ विच अपनी राय दित्ती, जबकि 8,15,829 लोकां ने ना विच अपनी राय दित्ती है। यानी कि कुल 65% तो वध वोटां ने जिहड़ियां ओह इस पासे भुगतियां ने, जबकि 33% तो वध वोटां ने जिहड़ियां ओह दूसरे पासे भुगतियां ने। भंग दीयां शर्तां सहित वरतों कीते जाण नूं लोकां ने नकार दित्ता है। 12,81,818 लोकां ने ना विच अपनी राय दित्ती है, जबकि 11,14,485 लोकां ने हाँ विच राय दित्ती है। यह भी जानकारी मिल रही है कि न्यूजीलैंड के 1000 के करीब डॉक्टरों ने एक चिट्ठी लिख के राय दी सी कि वो नहीं चाहते कि अजिहा टीका लाया जाए जिहदे नाल मरीज का अंत है जिहड़ा वो हो सके, पर इस दे बावजूद लोगों ने इस तरीके की हामी भरी है कि जे उन्होंने इहो जी बीमारी है जिहदा इलाज ही नहीं हो सकता, उन्होंनी मौत ही होनी है, तो फिर क्यों ना वो अपनी इच्छा मुताबिक मौत लै लैण। तो इन्हां चोणां दा हजे नतीजा 6 नवंबर नूं ऐलानिया जाएगा क्योंकि 4,80,000 स्पैशल वोटां की गिणती हाले होनी बाकी है। अगली खबर है कि ट्विटर ने मलेशिया के साबका प्रधानमंत्री महातिर मुहम्मद के एक विवादपूर्ण ट्वीट नूं हटा दिता है, जिस विच उन्होंने कहा सी कि मुसलमानों नूं लखां फ्रांसीसियां नूं मारन दा अधिकार है। फ्रांस ने कहा कि इस लीडर का सोशल मीडिया प्लेटफॉर्म तो अकाउंट हटा देना चाहिए। मलेशिया के साबका प्रधानमंत्री ने अपने ट्वीट दे नाल हंगामा मचा दिता सी जदों उन्होंने कहा कि मुसलमानों का गुस्से विच आउणा ते लखां फ्रेंच लोकां नूं मारन दा अधिकार है। दरअसल कल फ्रांस के नीस विचले गिरजाघर दे विच मुस्लिम हमलावर ने 3 व्यक्तियों का कतल कर दिता सी। अगली खबर कैनेडा तो है जिथों के प्रधानमंत्री जस्टिन ट्रूडो ने कैनेडियंस नूं अपील की है कि अपने फ्लू शॉट लवाउण। उन्होंने कहा कि अज सवेरे मेरी वारी सी, इस फ्लू के मौसम विच ये साडी सब तो वधिया रखिया है, ये जाना बचा सकता है, तो इस साल पहला नालों भी ज़्यादा यह जरूरी है। इस करके सारे जिहड़े कैनेडियंस ने वो फ्लू शॉट जरूर लवाउण।
ਉਹਨਾਂ ਕਿਹਾ ਕਿ ਫਲੂ ਸ਼ਾਟ ਦੇ ਲਈ ਤੁਸੀਂ ਆਪਣੀ ਸਥਾਨਕ ਫਾਰਮੇਸੀ ਨੂੰ ਸੰਪਰਕ ਕਰੋ, ਆਪਣੀ ਜਨਤਕ ਸਿਹਤ ਇਕਾਈ ਦੇ ਨਾਲ ਸੰਪਰਕ ਬਣਾਓ ਜਾਂ ਫਿਰ ਆਪਣੀ ਜਨਤਕ ਸਿਹਤ ਇਕਾਈ ਦੇ ਨਾਲ ਸੰਪਰਕ ਬਣਾਓ ਅਤੇ ਕੈਨੇਡਾ ਨੂੰ ਸੁਰੱਖਿਅਤ ਰੱਖੋ। ਅਮਰੀਕਾ ਤੋਂ ਖਬਰ ਹੈ ਜਿੱਥੇ ਰਾਸ਼ਟਰਪਤੀ ਚੋਣਾਂ ਵਿੱਚ ਗੜਬੜੀ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਨੇ। ਰਿਪੋਰਟਾਂ ਆ ਰਹੀਆਂ ਨੇ ਕਿ ਐਡਵਾਂਸ ਪੋਲਿੰਗ ਦੇ ਮਾਮਲੇ ਵਿੱਚ ਕੁਝ ਸੂਬਿਆਂ ਵਿੱਚ ਪੋਲਿੰਗ ਸਟੇਸ਼ਨ ਖਤਮ ਕੀਤੇ ਜਾਣ ਦੀ ਰਿਪੋਰਟ ਹੈ। ਅਜਿਹੀਆਂ ਖਬਰਾਂ ਮਿਲ ਰਹੀਆਂ ਨੇ ਕਿ ਰਿਪਬਲਿਕ ਸਰਕਾਰਾਂ ਵਾਲੇ ਸੂਬਿਆਂ ਦੇ ਵਿੱਚ ਇੱਕ ਕਾਉਂਟੀ ਦੇ ਵਿੱਚ ਇੱਕ ਹੀ ਪੋਲਿੰਗ ਸੈਂਟਰ ਬਣਾਇਆ ਗਿਆ ਜਿਸ ਦਾ ਮਕਸਦ ਘੱਟ ਪੋਲਿੰਗ ਕਰਵਾਉਣਾ ਹੈ। ਇਸ ਤਰੀਕੇ ਦੀਆਂ ਰਿਪੋਰਟਾਂ ਟੈਕਸਾਸ, ਨਿਊਯਾਰਕ ਤੇ ਹੋਰਨਾਂ ਸੂਬਿਆਂ ਤੋਂ ਮਿਲ ਰਹੀਆਂ ਨੇ। ਖਬਰ ਪਾਕਿਸਤਾਨ ਤੋਂ ਹੈ ਜਿੱਥੋਂ ਦੇ ਕੈਬਨਿਟ ਮੰਤਰੀ ਫਵਾਦ ਚੌਧਰੀ ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕੱਲ ਹੀ ਕਿ ਅਸੀਂ ਭਾਰਤ ਵਿੱਚ ਦਾਖਲ ਹੋ ਕੇ ਉਸ ਨੂੰ ਮਾਰਿਆ, ਉਹਨਾਂ ਨੇ ਹੁਣ ਆਪਣਾ ਬਿਆਨ ਬਦਲ ਲਿਆ। ਫਵਾਦ ਚੌਧਰੀ ਨੇ ਕਿਹਾ ਕਿ ਪਾਕਿਸਤਾਨ ਕਿਸੇ ਵੀ ਤਰੀਕੇ ਦੇ ਅੱਤਵਾਦ ਨੂੰ ਆਗਿਆ ਨਹੀਂ ਦਿੰਦਾ। ਮੇਰੇ ਬਿਆਨ ਦੀ ਗਲਤ ਵਿਆਖਿਆ ਕੀਤੀ ਗਈ। ਉਹਨਾਂ ਕਿਹਾ ਕਿ ਮੇਰਾ ਬਿਆਨ ਸਪਸ਼ਟ ਹੈ ਕਿ ਪੁਲਵਾਮਾ ਹਮਲੇ ਮਗਰੋਂ ਜਦੋਂ ਭਾਰਤ ਨੇ ਪਾਕਿਸਤਾਨ ਵਿੱਚ ਦਾਖਲ ਹੋ ਕੇ ਹਮਲਾ ਕੀਤਾ ਤਾਂ ਪਾਕਿਸਤਾਨ ਨੇ ਜਵਾਬੀ ਹਮਲਾ ਕੀਤਾ ਅਤੇ ਭਾਰਤੀ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਅਗਲੀ ਖਬਰ ਵੀ ਪਾਕਿਸਤਾਨ ਤੋਂ ਹੀ ਹੈ ਜਿੱਥੇ 2014 ਦੇ ਵਿੱਚ ਸੰਸਦ ਦੇ ਉੱਤੇ ਹੋਏ ਹਮਲੇ ਸੰਬੰਧੀ ਇੱਕ ਕੇਸ ਦੇ ਵਿੱਚ ਅੱਤਵਾਦ ਵਿਰੋਧੀ ਅਦਾਲਤ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਬਰੀ ਕਰ ਦਿੱਤਾ ਹੈ, ਜਦਕਿ ਬਾਕੀ ਸਾਰੇ ਮੰਤਰੀਆਂ ਜਿਨ੍ਹਾਂ ਵਿੱਚ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਸ਼ਾਮਿਲ ਨੇ, ਉਹਨਾਂ ਦੇ ਖਿਲਾਫ ਦੋਸ਼ ਸਾਬਿਤ ਕਰਨ ਲਈ ਉਹਨਾਂ ਨੂੰ 12 ਨਵੰਬਰ ਨੂੰ ਅਦਾਲਤ ਵਿੱਚ ਤਲਬ ਕੀਤਾ ਗਿਆ। ਉਧਰ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਦੇ ਖਿਲਾਫ ਰੋਸ ਪ੍ਰਦਰਸ਼ਨ ਰੁਕਣ ਦਾ ਨਾਮ ਨਹੀਂ ਲੈ ਰਹੇ। ਖਬਰ ਹੁਣ ਭੋਪਾਲ ਤੋਂ ਆਈ ਹੈ ਜਿੱਥੇ ਪ੍ਰਦਰਸ਼ਨ ਕੀਤੇ ਗਏ ਫਰਾਂਸ ਦੇ ਰਾਸ਼ਟਰਪਤੀ ਦੇ ਖਿਲਾਫ। ਇਹਦੇ ਵਿੱਚ ਵੱਡੀ ਗਿਣਤੀ ਵਿੱਚ ਮੁਸਲਮਾਨ ਪਹੁੰਚੇ। ਉਹਨਾਂ ਨੇ ਫਰਾਂਸ ਦਾ ਨਾ ਸਿਰਫ ਵਿਰੋਧ ਕੀਤਾ ਬਲਕਿ ਫਰਾਂਸ ਦੇ ਝੰਡੇ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਇਸਲਾਮ ਧਰਮ ਨੂੰ ਸੰਕਟ ਦੇ ਵਿੱਚ ਦੱਸਿਆ ਸੀ। ਪੈਗੰਬਰ ਮੁਹੰਮਦ ਦੇ ਇੱਕ ਕਾਰਟੂਨ ਨੂੰ ਦਿਖਾਉਣ ਵਾਲੇ ਅਧਿਆਪਕ ਸੈਮੂਅਲ ਪੇਟੀ ਦੇ ਕਤਲ ਤੋਂ ਬਾਅਦ ਮੈਕਰੋਨ ਨੇ ਕਿਹਾ ਸੀ ਕਿ ਮੁਸਲਮਾਨ ਕੱਟੜਪੰਥੀ ਲੋਕਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ। ਅਗਲੀ ਖਬਰ ਚੀਨ ਤੋਂ ਹੈ ਜਿੱਥੋਂ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਵੂ ਚੀਨ ਨੇ ਸਰਹੱਦ ਦੇ ਉੱਤੇ ਤੈਨਾਤ ਜਵਾਨਾਂ ਦੇ ਨਵੇਂ ਸਾਜ਼ੋ ਸਮਾਨ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ, ਪਰ ਭਾਰਤ ਦਾ ਉਹਨਾਂ ਨੇ ਨਾਮ ਨਹੀਂ ਲਿਆ। ਪਰ ਇਹ ਸਾਫ਼ ਸਮਝਿਆ ਜਾ ਰਿਹਾ ਹੈ ਕਿ ਪੂਰਬੀ ਲੱਦਾਖ ਦੇ ਵਿੱਚ ਦੋਵਾਂ ਦੇਸ਼ਾਂ ਦੇ ਵਿਚਕਾਰ ਜਿਹੜਾ ਤਣਾਅ ਵਧਿਆ ਹੋਇਆ ਹੈ ਉਸ ਦੇ ਕਾਰਨ ਹੀ ਚੀਨ ਨੇ ਆਪਣੀਆਂ ਫੌਜਾਂ ਦੇ ਵਿੱਚ ਵਾਧਾ ਕੀਤਾ, ਜਵਾਨਾਂ ਨੂੰ ਸਮਾਨ ਜਿਹੜਾ ਹੋਰ ਭੇਜਿਆ। ਫੌਜ ਦੇ ਅਧਿਕਾਰੀ ਨੇ ਕਿਹਾ ਕਿ ਹਾਲ ਹੀ ਵਿੱਚ ਸੈਂਟਰਲ ਮਿਲਟਰੀ ਕਮਿਸ਼ਨ ਦੇ ਲੌਜਿਸਟਿਕਸ ਸਪੋਰਟ ਡਿਪਾਰਟਮੈਂਟ ਅਤੇ ਦੂਸਰੇ ਸੰਬੰਧਿਤ ਵਿਭਾਗਾਂ ਨੇ ਕੁਝ ਨਵੇਂ ਸੁਧਾਰ ਕੀਤੇ ਨੇ, ਹਾਈਟੈਕ ਤਰੀਕੇ ਅਪਣਾਏ ਨੇ। ਹਾਈਟੈਕ ਦਾ ਮਤਲਬ ਉੱਚੇ ਪਹਾੜਾਂ ਦੇ ਜਲਵਾਯੂ ਦੇ ਵਿੱਚ ਤੈਨਾਤ ਅਫਸਰਾਂ ਤੇ ਜਵਾਨਾਂ ਦੇ ਰਹਿਣ ਅਤੇ ਟ੍ਰੇਨਿੰਗ ਦੇ ਜਿਹੜੇ ਹਾਲਾਤ ਬਿਹਤਰ ਕੀਤੇ ਜਾਣਗੇ। ਦੁਨੀਆ ਭਰ ਦੀਆਂ ਖਬਰਾਂ ਦੇ ਵਿੱਚ ਅਗਲੀ ਖਬਰ ਅਜ਼ਰਬਾਈਜਾਨ ਅਤੇ ਅਰਮੀਨੀਆ ਦੇ ਵਿਚਾਲੇ ਯੁੱਧ ਚੱਲ ਰਿਹਾ ਉਸ ਨਾਲ ਜੁੜੀ ਹੋਈ ਹੈ। ਹੁਣ ਦੋਵਾਂ ਮੁਲਕਾਂ ਦੇ ਵਿਚਾਲੇ ਤਣਾਅ ਹੈ ਜਿਹੜਾ ਉਹ ਸਿਖਰਾਂ ਤੇ ਪਹੁੰਚ ਚੁੱਕਿਆ। ਇਸ ਦੇ ਘੱਟ ਹੋਣ ਦੇ ਵੀ ਕੋਈ ਅਸਾਰ ਦਿਖਾਈ ਨਹੀਂ ਦੇ ਰਹੇ। ਰੂਸ ਤੇ ਤੁਰਕੀ ਦੀ ਹਲਚਲ ਕਾਰਨ ਪੂਰੀ ਦੁਨੀਆ ਦੇ ਵਿੱਚ ਤਣਾਅ ਥੋੜਾ ਵਧਣ ਲੱਗਿਆ ਹੈ। ਹੁਣ ਖਬਰ ਆ ਰਹੀ ਹੈ ਕਿ ਨਾਗੋਰਨੋ ਕਾਰਾਬਾਖ ਦੇ ਸਟੈਪੇਨਕਟ ਦੇ ਵਿੱਚ ਰਾਤ ਭਰ ਗੋਲੀਬਾਰੀ ਹੋਈ ਹੈ। ਦੋਨਾਂ ਮੁਲਕਾਂ ਦੇ ਵਿਚਾਲੇ ਬੁੱਧਵਾਰ ਨੂੰ ਉਸ ਵਕਤ ਤਣਾਅ ਵੱਧ ਗਿਆ ਸੀ ਜਦੋਂ ਅਜ਼ਰਬਾਈਜਾਨ ਦੇ ਬਰਦਾ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਦੇ ਉੱਤੇ ਹਮਲਾ ਹੋਇਆ। ਅਜਿਹੇ ਹਾਲਾਤਾਂ ਦੇ ਵਿੱਚ ਇੱਕ ਵਾਰ ਫਿਰ ਸਟੈਪੇਨਕਟ ਦੇ ਵਿੱਚ ਭਾਰੀ ਗੋਲੀਬਾਰੀ ਦੀ ਖਬਰ ਦੇ ਨਾਲ ਇਹ ਤਣਾਅ ਹੋਰ ਵਧਣ ਦੇ ਆਸਾਰ ਬਣ ਰਹੇ ਨੇ। ਅਗਲੀ ਖਬਰ ਤੁਹਾਨੂੰ ਰੂਸ ਤੋਂ ਦੱਸ ਦਿੰਦੇ ਆ ਜਿੱਥੋਂ ਖਬਰ ਮਿਲ ਰਹੀ ਹੈ ਕਿ ਰੂਸ ਨੇ ਕੋਰੋਨਾ ਵੈਕਸੀਨ ਦਾ ਪਰੀਖਣ ਹਾਲ ਦੀ ਘੜੀ ਰੋਕ ਦਿੱਤਾ ਹੈ। ਟੀਕੇ ਦੀ ਵਧੇਰੇ ਮੰਗ ਅਤੇ ਡੋਜ਼ ਦੀ ਕਮੀ ਕਰਕੇ ਨਵੇਂ ਵਲੰਟੀਅਰਸ ਦੇ ਵਿੱਚ ਕੋਰੋਨਾ ਵੈਕਸੀਨ ਦੇ ਪਰੀਖਣ ਉੱਤੇ ਅਚਾਨਕ ਰੋਕ ਲਾ ਦਿੱਤੀ ਗਈ ਹੈ। ਮਾਸਕੋ ਤੋਂ ਰਾਇਟਰਸ ਨੇ ਵੈਕਸੀਨ ਦਾ ਪਰੀਖਣ ਕਰਨ ਵਾਲੀ ਇੱਕ ਫਰਮ ਦੇ ਨੁਮਾਇੰਦੇ ਦੇ ਹਵਾਲੇ ਨਾਲ ਇਹ ਖਬਰ ਦਿੱਤੀ ਹੈ ਕਿ ਕੋਰੋਨਾ ਵੈਕਸੀਨ ਯੋਜਨਾ ਉੱਤੇ ਰੋਕ ਲਾਉਣਾ ਰੂਸ ਦੇ ਲਈ ਇੱਕ ਵੱਡਾ ਝਟਕਾ ਹੈ। ਰੂਸ ਦੀ ਕੋਰੋਨਾ ਵੈਕਸੀਨ ਦਾ ਨਾਮ ਸਪੁਤਨਿਕ V ਹੈ। ਪੰਜਾਬ, ਭਾਰਤ ਅਤੇ ਦੁਨੀਆ ਭਰ ਦੇ ਪ੍ਰਾਈਮ ਟਾਈਮ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲਗਾਤਾਰ ਸਾਡੀਆਂ ਖਬਰਾਂ ਤੇ ਨਜ਼ਰ ਬਣਾਏ ਰੱਖਿਓ, ਲੋੜਵੰਦਾਂ ਦੀ ਮਦਦ ਕਰਦੇ ਰਹੋ। ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਤੁਸੀਂ ਜਿਵੇਂ ਦਾ ਵੀ ਯੋਗਦਾਨ ਪਾ ਸਕਦੇ ਹੋ ਜ਼ਰੂਰ ਪਾਓ। ਅਫਵਾਹਾਂ ਤੋਂ ਬਚ ਕੇ ਰਹੋ। ਧੰਨਵਾਦ।